प्यारे साथियों, जय भीम, जय भारत, जय मूलवासी, नमो बुद्धा। अचानक कुछ ख्याल सामने आए हैं कि धरनिਆਂ ਦੇ ਉੱਤੇ ਵਿਹਲੜ ਲੋਕ ਬੈਠੇ ਹਨ। ਇਸ ਤਰ੍ਹਾਂ ਸੋਚਣ ਤੋਂ ਪਹਿਲਾਂ ਸਾਡੀ ਇੱਕ ਜ਼ਿੰਮੇਵਾਰੀ ਬਣਦੀ ਹੈ ਕਿ ਅਸੀਂ ਦੇਸ਼ ਦੇ ਹਾਲਾਤਾਂ ਅਨੁਸਾਰ ਕਿਸੇ ਘਟਨਾਕ੍ਰਮ ਨੂੰ ਸਮਝਣ ਦਾ ਯਤਨ ਕਰੀਏ, ਦੇਖਣ ਦਾ ਯਤਨ ਕਰੀਏ, ਨਿਰਣਾ ਕਰਨ ਦਾ ਯਤਨ ਕਰੀਏ। ਆਪਾਂ ਮੰਨ ਲਓ ਕਿ ਪਿੰਡਾਂ ਦੇ ਵਿਹਲੇ ਲੋਕ ਜਿਹੜੇ ਘਰ ਘਰ ਵੱਡੀ ਉਮਰ ਦੇ ਹੋ ਸਕਦੇ ਆ, ਕੁਝ ਨੌਜਵਾਨ ਜਿਨ੍ਹਾਂ ਕੋਲ ਪਰਿਵਾਰ ਦੇ ਵਿੱਚ ਸਮਾਜਿਕ ਕੰਮਾਂ 'ਚ ਜਾਣ ਦਾ ਕੁਝ ਵਕਤ ਹੁੰਦਾ ਹੈ, ਜਾਂ ਉਹ ਪਰਿਵਾਰ ਜਿਹੜੇ ਅਕਸਰ ਸੰਘਰਸ਼ ਕਰਦੇ ਰਹਿੰਦੇ ਆ ਕਿਸੇ ਨਾ ਕਿਸੇ ਰੂਪ ਦੇ ਵਿੱਚ, ਉਹ ਅੱਜ ਦੇ ਇਸ ਅੰਦੋਲਨ 'ਚ ਸ਼ਾਮਲ ਦਿਸ ਰਹੇ ਆ। ਅਸੀਂ ਇਹਨਾਂ ਨੂੰ ਕੁਝ ਵੀ ਕਹੀਏ, ਇੱਕ ਸੱਚਾਈ ਜ਼ਰੂਰ ਇਹ ਹੈ ਕਿ ਇਹਨਾਂ ਲੋਕਾਂ ਨੇ ਆਪਣਾ ਸਮਾਂ, ਕੀਮਤੀ ਸਮਾਂ ਨਹੀਂ, ਚਾਹੇ ਕੋਈ ਵੀ ਹੈ, ਸਮਾਂ ਸਮਾਜਿਕ ਤੇ ਆਰਥਿਕ ਜਾਂ ਰਾਜਨੀਤਿਕ ਅੰਦੋਲਨ ਵਿੱਚ ਲਾ ਕੇ ਉਹਦੀ ਕੀਮਤ ਪਾਈ ਹੈ। ਮੰਨ ਲਓ ਕਿ ਉਹ ਵਿਹਲੇ ਲੋਕ ਹੈ ਜਾਂ ਘਰ ਦੇ ਵਿੱਚ ਵਾਧੂ ਲੋਕ ਹੈ, ਉਹ ਪਿਛਲੇ ਕਾਫੀ ਚਿਰ ਤੋਂ ਸਮੇਤ ਔਰਤਾਂ ਆਪਣਾ ਸਮਾਂ ਇੱਕ ਅੰਦੋਲਨ ਨੂੰ ਦੇ ਰਹੇ ਆ। ਇਹ ਸਮਾਂ ਉਹਨਾਂ ਦਾ ਘਰੇ ਵੀ ਗੁਜ਼ਰ ਜਾਣਾ ਸੀ, ਕੁਛ ਤਾਸ਼ ਕੁੱਟ ਕੇ ਗੁਜ਼ਰਦਾ, ਜਿਵੇਂ ਸਾਡੇ ਬਜ਼ੁਰਗ ਅਕਸਰ ਸੱਥਾਂ ਦੇ ਵਿੱਚ ਬੈਠੇ ਰਹਿੰਦੇ ਆ। ਔਰ ਤੁਸੀਂ ਦੇਖੋਗੇ, ਪਿੰਡਾਂ ਦੇ ਵਿੱਚੋਂ ਗੁਜ਼ਰੋਗੇ ਤਾਂ ਹਰ ਮੋੜ ਦੇ ਉੱਤੇ ਕੋਈ ਨਾ ਕੋਈ ਬੋਹੜ, ਪਿੱਪਲ ਜਾਂ ਸ਼ਾਨਦਾਰ ਰੁੱਖ ਤੁਹਾਨੂੰ ਦਿਸੇਗਾ, ਔਰ ਉਹਦੇ ਹੇਠ ਜਾਂ ਤਾਂ ਪੱਕਾ ਥੜਾ ਬਣਿਆ ਹੋਏਗਾ ਜਾਂ ਫਿਰ ਲੱਕੜ ਦੇ ਤਖਤਪੋਸ਼ ਬਣੇ ਹੋਣਗੇ, ਜਿਹਦੇ ਤੇ ਇਸ ਤਰ੍ਹਾਂ ਦੇ ਸਾਡੇ ਲੋਕ ਬੈਠੇ ਨਜ਼ਰ ਆਉਣਗੇ। ਕਦੀ ਕਦੀ ਉਹਨਾਂ ਨੂੰ ਤੁਸੀਂ ਤਾਸ਼ ਖੇਡਦੇ ਦੇਖੋਗੇ, ਕਦੀ ਕੋਈ ਗੱਲਬਾਤ ਕਰਦੇ ਦੇਖੋਗੇ, ਪਰ ਬਹੁਤੇ ਤੁਸੀਂ ਦੇਖੋਗੇ ਕਿ ਜਿਹੜੇ ਬਜ਼ੁਰਗ ਆ ਸਾਡੇ, ਜਾਂ ਜਿਨ੍ਹਾਂ ਦੀ ਉਮਰ 70 ਤੋਂ ਟੱਪ ਗਈ ਹੈ, ਉਹ ਚੁੱਪਚਾਪ ਇੱਧਰ ਉੱਧਰ ਵੇਖਦੇ ਨਜ਼ਰ ਆਉਣਗੇ, ਜਿਵੇਂ ਉਹ ਜ਼ਿੰਦਗੀ ਦੇ ਅਤੀਤ ਨੂੰ ਵੇਖਦੇ ਹੋਣ, ਜਿਵੇਂ ਉਹਨਾਂ ਗਲੀਆਂ ਦੇ ਵਿੱਚੋਂ ਆਪਣੀਆਂ ਪੈੜਾਂ ਭਾਲਦੇ ਹੋਣ, ਜਿਵੇਂ ਉਹ ਆਪਣੇ ਕੰਮਾਂ ਧੰਦਿਆਂ ਦੇ ਵਿੱਚ ਪਸ਼ੂਆਂ ਦੇ ਨਾਲ, ਬੰਦਿਆਂ ਦੇ ਨਾਲ, ਬੱਚਿਆਂ ਦੇ ਨਾਲ, ਔਰਤਾਂ ਦੇ ਨਾਲ ਗੁਜ਼ਰੇ ਹੋਣ।
ਜਾਣੀ ਜਿਸ ਤਰ੍ਹਾਂ ਦੇ ਵੀ ਉਹ ਕਾਰੋਬਾਰ ਕਰਦੇ ਰਹੇ ਆ, ਕੋਈ ਜ਼ਰੂਰੀ ਨਹੀਂ ਕਿ ਉਹ ਖੇਤੀ ਕਰਦੇ ਰਹੇ, ਪਰ ਮੈਂ ਇਸ ਕਰਕੇ ਖੇਤੀ ਨਾਲ ਉਹਨਾਂ ਨੂੰ ਜੋੜ ਰਿਹਾ ਕਿਉਂਕਿ ਖੇਤੀ ਕਰਨ ਵਾਲੇ ਲੋਕ ਹੀ ਅਕਸਰ ਤੁਹਾਨੂੰ ਉੱਤੇ ਬੈਠੇ ਮਿਲਣਗੇ। ਮੈਂ ਵੇਖਿਆ ਕਿ ਬਹੁ ਗਿਣਤੀ ਲੋਕ ਖੇਤੀ ਕਰਨ ਵਾਲਿਆਂ ਦੀ ਇਸ ਤਰ੍ਹਾਂ ਥੜਿਆਂ ਦੇ ਉੱਤੇ ਆਪਣੇ ਬੂਹਿਆਂ ਦੇ ਵਿੱਚ ਬੈਠੀ ਨਜ਼ਰ ਆਏਗੀ। ਔਰ ਅੱਜ ਕੱਲ੍ਹ ਉਹਨਾਂ ਨੇ ਪੱਕੇ ਜਿਹੜੇ ਜਿਨ੍ਹਾਂ ਨੂੰ ਅਸੀਂ ਕੁਰਸੀਆਂ ਕਹਿ ਦਿੰਦੇ ਹਾਂ, ਕੁਰਸੀਆਂ ਵਰਗੀਆਂ ਚੀਜ਼ਾਂ ਜਿਹੜੀਆਂ ਸੀਮੈਂਟ ਦੀਆਂ ਬਣੀਆਂ ਹੋਈਆਂ ਉਹ ਲਿਆ ਕੇ ਅਲੱਗ ਅਲੱਗ ਥਾਵਾਂ ਦੇ ਉੱਤੇ, ਛੱਪੜਾਂ ਦੇ ਕਿਨਾਰਿਆਂ 'ਤੇ ਵੀ, ਰੁੱਖਾਂ ਦੇ ਹੇਠ ਵੀ, ਔਰ ਕਦੇ ਕਦੇ ਖੁੱਲ੍ਹੇ ਬੂਹਿਆਂ ਦੇ ਸਾਹਮਣੇ ਖੁੱਲ੍ਹੀਆਂ ਥਾਵਾਂ 'ਚ ਲਿਆ ਕੇ ਰੱਖ ਲਈਆਂ। ਉੱਥੇ ਬੈਠੇ ਨਜ਼ਰ ਆਉਣਗੇ ਤੁਹਾਨੂੰ। ਅਗਰ ਉਹੀ ਲੋਕ ਇੱਕ ਇੱਕ ਘਰ ਦੇ ਜਾਂ ਦੋ ਦੋ ਚਾਰ ਚਾਰ ਘਰਾਂ ਦੇ ਇੱਕ ਇੱਕ ਦੋ ਦੋ ਆਦਮੀ ਸਾਰੇ ਪਿੰਡਾਂ 'ਚੋਂ ਆ ਕੇ ਅੰਦੋਲਨ ਵਿੱਚ ਬੈਠ ਜਾਣ ਤਾਂ ਨਿਸ਼ਚਿਤ ਹੀ ਇੱਕ ਵੱਖਰੀ ਕਿਸਮ ਦੀ ਜਿਹੜੀ ਦਿੱਖ ਜਿਹੜੀ ਆ ਉਹ ਸਾਨੂੰ ਨਜ਼ਰ ਆਏਗੀ। ਇੱਕ ਤਾਕਤ ਨਜ਼ਰ ਆਏਗੀ, ਇੱਕ ਸੰਗਠਿਤ ਸਮੂਹ ਨਜ਼ਰ ਆਏਗਾ। ਮੈਂ ਜਦੋਂ ਬਹੁਤ ਛੋਟਾ ਸੀ, ਮੇਰੀ ਉਮਰ ਕੋਈ ਜ਼ਿਆਦਾ ਨਹੀਂ, 10 ਸਾਲ ਤੋਂ ਥੱਲੇ ਸੀ, ਤਾਂ ਪਿੰਡ ਦੇ ਵਿੱਚੋਂ ਅਕਸਰ ਆਵਾਜ਼ਾਂ ਆਉਂਦੀਆਂ, ਪੰਜਾਬੀ ਸੂਬਾ ਲੈ ਕੇ ਰਹਾਂਗੇ, ਪੰਜਾਬੀ ਸੂਬਾ ਲੈ ਕੇ ਰਹਾਂਗੇ। ਇਹ ਆਵਾਜ਼ਾਂ ਸਾਰੇ ਪਿੰਡ 'ਚ ਸੁਣਾਈ ਦਿੰਦੀਆਂ। ਕਈਆਂ ਦੀ ਆਵਾਜ਼ ਬਹੁਤ ਉੱਚੀ ਹੁੰਦੀ, ਜਿਹੜੀ ਇੱਕ ਪਿੰਡ ਦੇ ਇੱਕ ਪਾਸਿਓਂ ਖੜੇ ਬੋਲਦੇ ਹੋ ਤਾਂ ਦੂਜੇ ਪਾਸੇ ਸੁਣਾਈ ਦਿੰਦੇ। ਔਰ ਇਹ 90-95% ਜੱਟਾਂ 'ਚੋਂ ਪੈਦਾ ਹੋਏ ਲੋਕ ਹੁੰਦੇ। ਨਾ ਕਦੇ ਮੈਂ ਮਜ਼੍ਹਬੀਆਂ ਨੂੰ ਸੰਘਰਸ਼ ਕਰਦੇ ਵੇਖਿਆ, ਨਾ ਤਖਾਣਾਂ ਨੂੰ, ਨਾ ਸ਼ੀਂਬਿਆਂ ਨੂੰ, ਨਾ ਚੌਰਾਂ ਨੂੰ, ਨਾ ਚਮਾਰਾਂ ਨੂੰ, ਨਾ ਜਲਾਇਆ ਨੂੰ। ਮੈਂ ਕਦੇ ਕਿਸੇ ਨੂੰ ਹੋਰ ਨੂੰ ਸੰਘਰਸ਼ ਕਰਦੇ ਨਹੀਂ ਵੇਖਿਆ। ਇਹ ਇੱਕ ਖਾਸ ਗੱਲ ਹੈ ਜਿਹਦੇ ਤੇ ਮੈਂ ਚਰਚਾ ਕਰਨੀ ਚਾਹੁੰਦਾ ਹਾਂ ਕਿ ਬਾਕੀ ਜਾਤੀਆਂ ਸੰਘਰਸ਼ ਨਹੀਂ ਕਰਦੀਆਂ। ਉਹਨਾਂ ਨੇ ਕਦੇ ਸ਼ਾਇਦ ਇਹ ਸੋਚਿਆ ਹੀ ਨਹੀਂ ਕਿ ਜ਼ਿੰਦਗੀ 'ਚ ਕੋਈ ਵੀ ਚੀਜ਼ ਪ੍ਰਾਪਤ ਕਰਨੀ ਹੈ ਤਾਂ ਉਹਦੇ ਵਾਸਤੇ ਅੰਦੋਲਨ ਜਾਂ ਸੰਘਰਸ਼ ਕਰਨਾ ਪੈਂਦਾ ਹੈ, ਕੁੱਟਾਂ ਮਾਰਾਂ ਖਾਣੀਆਂ ਪੈਂਦੀਆਂ। ਪੰਜਾਬ ਦੇ ਜੱਟ ਨੇ 1930 ਤੋਂ ਬਾਅਦ ਇਹ ਜਿਹੜਾ ਜ਼ਮੀਨਾਂ ਦਾ ਸੰਘਰਸ਼ ਕੀਤਾ, ਔਰ ਸਰ ਛੋਟੂ ਰਾਮ ਨੇ ਉਹਦੀ ਅਗਵਾਈ ਕੀਤੀ। ਬਹੁਤੇ ਲੋਕ ਨਹੀਂ ਜਾਣਦੇ ਕਿ ਸਰ ਛੋਟੂ ਰਾਮ, ਡਾਕਟਰ ਅੰਬੇਡਕਰ ਔਰ ਇੱਕ ਮੁਸਲਮਾਨ ਜੋ ਪੰਜਾਬ ਦਾ ਪਹਿਲਾ ਪ੍ਰਧਾਨ ਮੰਤਰੀ ਬਣਿਆ, ਉਦੋਂ ਮੁੱਖ ਮੰਤਰੀ ਨੂੰ ਪ੍ਰਧਾਨ ਮੰਤਰੀ ਕਹਿੰਦੇ ਸੀ, ਔਰ ਇਹਨਾਂ ਦੀ ਬਾਕੀ ਟੀਮ ਨੇ ਜ਼ਮੀਨਾਂ ਵਾਸਤੇ ਇੱਕ ਸੰਘਰਸ਼ ਕੀਤਾ। ਇਹ ਕੋਈ ਮੈਂ ਜ਼ਬਾਨੀ ਗੱਲਾਂ ਨਹੀਂ ਕਹਿ ਰਿਹਾ, ਇਹ ਤਾਂ ਕੱਲ੍ਹ ਦੀਆਂ ਗੱਲਾਂ ਆ ਜੀ। ਇਹ ਤਾਂ ਗੱਲਾਂ ਕੱਲ੍ਹ ਦੀਆਂ ਜੀ। 100 ਸਾਲ ਪਹਿਲਾਂ, 125 ਸਾਲ ਪਹਿਲਾਂ ਅਸੀਂ ਦੇਖਦੇ ਹਾਂ ਕਿ ਇਤਿਹਾਸ ਦੇ ਪੰਨਿਆਂ ਦੇ ਉੱਤੇ ਇਹ ਸਾਰਾ ਕੁਝ ਲਿਖਿਆ ਮਿਲਦਾ ਹੈ।
ਇੱਕ ਮੁਸਲਮਾਨ ਨੂੰ ਸਰ ਛੋਟੂ ਰਾਮ ਜਿਹੜੇ ਆ ਜਾਟ ਸੀ, ਬਹੁਤ ਜ਼ਿਆਦਾ ਬੁੱਧੀਮਾਨ ਜਾਟ। ਡਾਕਟਰ ਅੰਬੇਡਕਰ ਜਿਹੜੇ ਆ ਉਹ ਸੰਸਾਰ ਭਰ ਦੇ ਬਹੁਤ ਜ਼ਿਆਦਾ ਬੁੱਧੀਮਾਨ ਲੋਕ ਸੀ, ਜਿਹੜੇ ਮੁੱਠੀ ਭਰ ਨਹੀਂ, ਬਿਲਕੁਲ 5-7 ਲੋਕ ਸੀ ਜਿਹੜੇ, ਉਹਨਾਂ ਚੋਂ ਇੱਕ ਸੀ। ਔਰ ਉਹਨਾਂ ਦੇ ਨਾਲ ਇੱਕ ਬਹੁਤ ਜ਼ਿਆਦਾ ਸਿਆਣਾ ਮਨੁੱਖ ਮੁਸਲਮਾਨ ਸੀ। ਤਾਂ ਸਰ ਛੋਟੂ ਰਾਮ ਨੂੰ ਜਦੋਂ ਕਿਹਾ ਗਿਆ ਪ੍ਰਧਾਨ ਮੰਤਰੀ ਬਣਨ ਵਾਸਤੇ, ਤਾਂ ਸਰ ਛੋਟੂ ਰਾਮ ਨੇ ਕਿਹਾ ਕਿ ਨਹੀਂ, ਮੈਂ ਪ੍ਰਧਾਨ ਮੰਤਰੀ ਨਹੀਂ ਬਣਾਗਾ, ਮੇਰੀ ਥਾਂ ਦੇ ਉੱਤੇ ਮੁਸਲਮਾਨ ਭਰਾ ਸਾਡਾ ਪ੍ਰਧਾਨ ਮੰਤਰੀ ਬਣੇਗਾ। ਇਹਦਾ ਕਾਰਨ ਹੈ, ਉਸ ਵੇਲੇ ਸਭ ਤੋਂ ਜ਼ਿਆਦਾ ਜਿਹੜੀ ਆਬਾਦੀ ਹੈ ਪੰਜਾਬ ਦੀ, ਇੱਕ ਮੁਸਲਮਾਨ ਸਮੂਹ ਜਿਹੜਾ ਹੈ ਉਹ ਦੂਰ ਤੱਕ ਜੰਮਿਆ ਹੋਇਆ ਸੀ। ਜੱਟਾਂ ਦੀ ਆਬਾਦੀ ਇੰਨੀ ਨਹੀਂ ਸੀ। ਦਲਿਤ ਲੜ ਨਹੀਂ ਸੀ ਸਕਦੇ, ਉਹਨਾਂ 'ਚ ਇੰਨੀ ਅਜੇ ਸਮਰੱਥਾ ਪੈਦਾ ਨਹੀਂ ਸੀ ਹੋਈ। 1932 'ਚ ਉਹਨਾਂ ਨੂੰ ਨਵੇਂ ਅਧਿਕਾਰ ਮਿਲੇ ਸੀ, ਔਰ 1937 'ਚ ਪਹਿਲੀ ਵਾਰ ਉਹਨਾਂ ਨੇ ਚੋਣਾਂ ਲੜੀਆਂ। ਤਾਂ ਉਸ ਵੇਲੇ ਜਿਹੜਾ ਸੰਘਰਸ਼ ਹੋਇਆ, ਅੰਗਰੇਜ਼ਾਂ ਨਾਲ ਗੱਲਬਾਤ ਹੋਈ। ਅੰਗਰੇਜ਼ ਗੱਲਬਾਤ ਕਰਕੇ, ਗੱਲ ਸਮਝ ਕੇ, ਕਿਸੇ ਗੱਲ ਦੇ ਆਧਾਰ ਜਿਹੜੇ ਆ ਉਹਨਾਂ ਨੂੰ ਪੁਖਤਾ ਸਮਝ ਕੇ ਉਹ ਮਸਲਾ ਹੱਲ ਕਰਨ ਵਾਲੇ ਲੋਕ ਸੀ। ਉਹ ਮੋਦੀ ਵਾਂਗ ਜਾਂ ਬ੍ਰਾਹਮਣਾਂ ਵਾਂਗ ਟੰਗਾਂ ਨਹੀਂ ਸੀ ਅੜਾਉਂਦੇ, ਹਰ ਗੱਲ ਨੂੰ ਪੁੱਠਾ ਨਹੀਂ ਸੀ ਕਰਦੇ। ਮੈਂ ਦੇਖਿਆ ਉਹਨਾਂ ਦਾ ਇਤਿਹਾਸ, ਜਿਹੜਾ ਉਹਨਾਂ ਨੇ ਪਿਛਲੇ 1857 ਤੋਂ ਬਾਅਦ ਜਿਹੜਾ ਉਹਨਾਂ ਨੇ ਭਾਰਤ ਦੇ ਲੋਕਾਂ ਨਾਲ ਗੱਲਬਾਤ ਕਰਕੇ, ਖਾਸ ਕਰਕੇ ਇਸ ਦੇਸ਼ ਦੇ ਦਬੇ ਕੁਚਲੇ ਲੋਕਾਂ ਨਾਲ ਗੱਲ ਕਰਕੇ, ਉਹਨਾਂ ਦੇ ਨੇਤਾਵਾਂ ਨਾਲ ਗੱਲ ਕਰਕੇ ਉਹਨਾਂ ਨੇ ਮਸਲੇ ਹੱਲ ਕਰੇ। ਤਾਂ ਉਹਨਾਂ ਨੂੰ ਦੇਖ ਕੇ ਮੈਨੂੰ ਬਹੁਤ ਇਹ ਗੱਲ ਸਮਝ ਆਉਂਦੀ ਹੈ ਕਿ ਉਹ ਘਟੀਆ ਸੋਚ ਦੇ ਮਾਲਕ ਨਹੀਂ ਸੀ। ਉਹ ਹਾਲਾਤਾਂ ਨੂੰ ਮਾੜਾ ਨਹੀਂ ਸੀ ਬਣਾਉਂਦੇ ਛੇਤੀ ਕਿਤੇ, ਹਾਲਾਤਾਂ ਨੂੰ ਸੁਧਾਰਨ ਦੀ ਕੋਸ਼ਿਸ਼ ਕਰਦੇ ਸੀ। ਇਹਦੀਆਂ ਹਜ਼ਾਰਾਂ ਉਦਾਹਰਨਾਂ ਜਿਹੜੀਆਂ ਮੇਰੇ ਜ਼ਿਹਨ 'ਚ ਹੈ, ਕਿ ਵੱਡੀਆਂ ਉਦਾਹਰਨਾਂ ਜਿਹੜੀਆਂ ਸੈਂਕੜੇ ਮੇਰੇ ਜ਼ਿਹਨ 'ਚ ਹੈ। ਤੇ ਇਹ ਜਿਹੜੀ ਜ਼ਮੀਨ ਦਾ ਮਸਲਾ ਸੀ, ਇਹਦਾ ਵੀ ਇੱਕ ਸੰਘਰਸ਼ ਹੋਇਆ। ਇਹ ਸੰਘਰਸ਼, ਇਹ ਅੰਦੋਲਨ ਨਹੀਂ ਸੀ ਜਿਸ ਤਰ੍ਹਾਂ ਦਾ ਅੱਜ ਹੋ ਰਿਹਾ ਹੈ। ਇਹ ਕੇਵਲ ਗੱਲਬਾਤ ਦਾ ਅੰਦੋਲਨ ਸੀ। ਜਿਵੇਂ ਬਾਬਾ ਸਾਹਿਬ ਦਾ ਅੰਦੋਲਨ ਹੈ ਜਿਹੜਾ, ਉਹ ਕੋਈ ਸੜਕਾਂ ਤੇ ਨਿਕਲੇ ਲੋਕਾਂ ਦਾ ਅੰਦੋਲਨ ਨਹੀਂ ਸੀ। ਉਹ ਅੰਗਰੇਜ਼ਾਂ ਦੇ ਖਿਲਾਫ ਕੋਈ ਅੰਦੋਲਨ ਨਹੀਂ ਸੀ। ਉਹ ਜਿਹੜੇ ਸਰਕਾਰੀ ਪ੍ਰਬੰਧ ਸੀ ਉਹਨਾਂ ਨੂੰ ਤੋੜਨ ਦਾ ਅੰਦੋਲਨ ਨਹੀਂ ਸੀ, ਜਾਂ ਸਰਕਾਰ ਦਾ ਰਵੱਈਆ ਨਹੀਂ ਸੀ ਜਿਹਦੇ ਖਿਲਾਫ ਕੋਈ ਅੰਦੋਲਨ ਹੋਇਆ। ਗੱਲਬਾਤ ਹੋਈ, ਔਰ ਉਹ ਗੱਲਬਾਤ ਕਿੰਨੀ ਚੱਲੀ, ਇਹ ਪੜ੍ਹਨਾ ਕੋਈ ਇੱਕ ਆਦਮੀ ਬਹੁਤ ਲੰਬਾ ਚੌੜਾ ਸਾਹਿਤ ਤੇ ਇਤਿਹਾਸ ਨਹੀਂ ਪੜ੍ਹ ਸਕਦਾ। ਉਹ ਕਿਸੇ ਸੀਮਾ ਤੱਕ ਹੀ ਕਿਸੇ ਚੀਜ਼ ਨੂੰ ਪੜ੍ਹ ਸਕਦਾ ਤੇ ਸਮਝ ਸਕਦਾ ਹੈ ਕਿ ਉਸ ਵੇਲੇ ਕੀ ਹੋਇਆ। ਮੈਂ ਸਰ ਛੋਟੂ ਰਾਮ ਨੂੰ ਜਿੰਨਾ ਪੜ੍ਹਿਆ, ਉਹਦੇ 'ਚੋਂ ਇਹੀ ਲੱਭਿਆ ਕਿ ਸਰ ਛੋਟੂ ਰਾਮ, ਡਾਕਟਰ ਅੰਬੇਡਕਰ ਤੇ ਇੱਕ ਮੁਸਲਮਾਨ, ਇਹ ਤਿੰਨ ਆਦਮੀ ਜਿਹੜੇ ਆ, ਇਹਨਾਂ ਨੇ ਜਿਹੜਾ ਅੰਗਰੇਜ਼ਾਂ ਨਾਲ ਗੱਲਬਾਤ ਕਰਕੇ ਉਸ ਸੰਘਰਸ਼ ਦੇ ਵਿੱਚੋਂ ਜਾਂ ਅੰਦੋਲਨ ਦੇ ਵਿੱਚੋਂ ਜਾਂ ਗੱਲਬਾਤ ਦੇ ਵਿੱਚੋਂ
ਜਾਂ ਚਰਚਾ ਦੇ ਵਿੱਚੋਂ ਜਾਂ ਵਾਰਤਾਲਾਪ ਦੇ ਵਿੱਚੋਂ ਜਾਂ ਉਹਨਾਂ ਤੱਥਾਂ ਨੂੰ ਪੇਸ਼ ਕਰਕੇ ਜੋ ਪ੍ਰਾਪਤ ਕੀਤਾ, ਉਹਨਾਂ 'ਚੋਂ ਇੱਕ ਜ਼ਮੀਨ ਸੀ। ਡਾਕਟਰ ਅੰਬੇਡਕਰ ਨੇ ਜਿਹੜਾ ਬ੍ਰਾਹਮਣਾਂ ਦੇ ਖਿਲਾਫ ਸੰਘਰਸ਼ ਕੀਤਾ, ਅੰਦੋਲਨ ਕੀਤਾ, ਉਹ ਗੱਲਬਾਤ ਦਾ ਅੰਦੋਲਨ ਨਹੀਂ ਸੀ। ਬ੍ਰਾਹਮਣਾਂ ਦੇ ਖਿਲਾਫ ਵੱਡੇ ਜਿਹੜੇ ਹਿੰਦੂ ਜ਼ਮੀਂਦਾਰ, ਉਹਨਾਂ ਦੇ ਖਿਲਾਫ ਜਾਂ ਬਣੀਏ ਦੇ ਖਿਲਾਫ ਸਧਾਰਨ ਅੰਦੋਲਨ ਕਦੇ ਨਹੀਂ ਹੋਇਆ, ਕਿਉਂਕਿ ਇਹਨਾਂ ਦਾ ਰਵੱਈਆ ਉਜਾੜਨ ਦਾ ਰਵੱਈਆ ਹੈ। ਇਹ ਹਜ਼ਾਰਾਂ ਸਾਲ ਤੋਂ ਇਹਨਾਂ ਨੇ ਦੇਸ਼ ਨੂੰ ਬਰਬਾਦ ਕਰਨ ਦਾ ਕੰਮ ਕੀਤਾ ਹੈ। ਹਜ਼ਾਰਾਂ ਉਦਾਹਰਨਾਂ ਇਕੱਠੀਆਂ ਕੀਤੀਆਂ ਜਾ ਸਕਦੀਆਂ ਜਿਹੜੀਆਂ ਸਾਬਤ ਕਰਨਗੀਆਂ ਕਿ ਇਸ ਸਵਰਨ ਜਮਾਤ ਨੇ ਦੇਸ਼ ਦੀ ਜਿਹੜੀ ਸਮਾਜਿਕ ਵਿਵਸਥਾ ਹੈ ਉਹਨੂੰ ਇਸ ਤਰ੍ਹਾਂ ਬਣਾਉਣ ਵਾਸਤੇ ਕਿ ਸਾਰਾ ਕੁਝ ਬ੍ਰਾਹਮਣ ਦੇ ਹੱਥ 'ਚ ਰਹੇ ਔਰ ਉਹ ਸੋਟੀ ਨਾਲ, ਦੌਲਤ ਨਾਲ ਲੋਕਾਂ ਨੂੰ ਆਪਣੇ ਗੋਡੇ ਥੱਲੇ ਰੱਖ ਸਕੇ, ਉਹਦੇ ਖਿਲਾਫ ਸੰਘਰਸ਼ ਹੋਇਆ। ਜਦੋਂ ਵੀ ਹੋਇਆ ਬ੍ਰਾਹਮਣ ਦੇ ਖਿਲਾਫ ਸੰਘਰਸ਼ ਹੋਇਆ। ਭਾਰਤ 'ਚ ਦੂਜਾ ਕੋਈ ਸੰਘਰਸ਼ ਨਹੀਂ ਹੋਇਆ। ਜਦੋਂ ਵੀ ਸੰਘਰਸ਼ ਹੋਇਆ ਤਾਂ ਬ੍ਰਾਹਮਣ ਦੇ ਖਿਲਾਫ ਹੋਇਆ। ਮੈਂ ਅੰਗਰੇਜ਼ੀ ਰਾਜ ਦਾ ਕੋਈ ਵੀ ਸੰਘਰਸ਼ ਪੜ੍ਹਦਾ ਹਾਂ ਤਾਂ ਉਹਦੇ ਵਿੱਚੋਂ ਮੈਨੂੰ ਜ਼ਿਆਦਾ ਕਰਕੇ ਬ੍ਰਾਹਮਣ ਦੇ ਖਿਲਾਫ ਸੰਘਰਸ਼ ਲੱਭਦੇ ਆ। ਮੇਰੀ ਗੱਲ ਤੁਹਾਡੇ ਸਮਝ ਪਏਗੀ। ਤਾਂ ਜ਼ਮੀਨ ਦਾ ਸੰਘਰਸ਼ ਹੈ ਜਿਹੜਾ, ਇਹ ਕਰਕੇ ਜੱਟਾਂ ਨੂੰ ਪੰਜਾਬ ਦੇ ਲੋਕਾਂ ਨੂੰ ਜ਼ਮੀਨ ਮਿਲੀ। ਅੱਜ ਉਹ ਜ਼ਮੀਨ ਦੇ ਮਾਲਕ ਬਣੇ, ਕਿਉਂਕਿ ਇੱਕ ਕਾਨੂੰਨ ਨਵਾਂ ਫਿਰ ਬਾਅਦ 'ਚ ਬਣਿਆ ਕਿ ਜ਼ਮੀਨ ਹਲ ਵਾਹਕਦੀ, ਜਿਹੜਾ ਹਲ ਵਾਹੁੰਦਾ ਉਹਦੀ ਕੋਈ ਜ਼ਮੀਨ ਹੈ। ਉਸ ਤੋਂ ਬਾਅਦ ਇਹ ਜੱਟਾਂ ਦੇ ਨਾਂ ਜ਼ਮੀਨਾਂ ਰਜਿਸਟਰਡ ਹੋਣ ਲੱਗੀਆਂ। ਨਹੀਂ ਤਾਂ ਪਿਛਲੇ ਸਮਿਆਂ 'ਚ ਕਦੇ ਵੀ ਇਹ ਬੰਦਾ ਸਿੰਘ ਬਹਾਦਰ ਵਾਲੀ ਗੱਲ ਵੀ ਸਹੀ ਨਹੀਂ ਹੈ ਕਿ ਬੰਦਾ ਸਿੰਘ ਬਹਾਦਰ ਨੇ ਜ਼ਮੀਨਾਂ ਦਿੱਤੀਆਂ, ਪਰ ਉਸ ਵੇਲੇ ਸਭ ਤੋਂ ਜ਼ਿਆਦਾ ਉਹਦੇ ਨਾਲ ਜਿਹੜੇ ਲੋਕ ਸੀ ਉਹ ਦਲਿਤ ਪਛੜੇ ਲੋਕ ਸੀ। ਤਾਂ ਫਿਰ ਉਹਨਾਂ ਦੀਆਂ ਜ਼ਮੀਨਾਂ ਕਿੱਥੇ ਗਈਆਂ? ਉਹਨਾਂ ਦੀਆਂ ਜ਼ਮੀਨਾਂ ਕਿੱਥੇ ਗਈਆਂ? ਔਰ ਉਦੋਂ ਤੋਂ ਲੈ ਕੇ ਬਹੁਤ ਲੰਬਾ ਸਮਾਂ ਜੱਟਾਂ ਕੋਲ ਜ਼ਮੀਨਾਂ ਨਹੀਂ ਰਹੀਆਂ ਤਾਂ ਬੰਦਾ ਸਿੰਘ ਬਹਾਦਰ ਦੀਆਂ ਜ਼ਮੀਨਾਂ ਥੋੜ੍ਹਾ ਚਿਰ ਆਈਆਂ ਦਲਿਤ ਪਛੜੇ ਤੇ ਜਿਹੜੇ ਜੱਟ ਸ਼ੂਦਰ ਹੈ ਇਹਨਾਂ ਕੋਲੇ, ਔਰ ਫਿਰ ਖੁੱਸ ਗਈਆਂ। ਫਿਰ ਇਹ ਨਵਾਬਾਂ ਕੋਲ, ਜ਼ਿਮੀਂਦਾਰਾਂ ਕੋਲ, ਰਜਵਾੜਿਆਂ ਕੋਲ, ਰਾਜਿਆਂ ਕੋਲ ਇਹ ਜ਼ਮੀਨਾਂ ਇਹਨਾਂ ਕੋਲੇ ਆ ਗਈਆਂ। ਮੇਰਾ ਕਹਿਣ ਦਾ ਮਤਲਬ ਹੈ ਕਿ ਬਿਨਾਂ ਸੰਘਰਸ਼ ਤੋਂ ਤੁਸੀਂ ਕੁਝ ਵੀ ਪ੍ਰਾਪਤ ਨਹੀਂ ਕਰ ਸਕਦੇ। ਮੈਂ ਅੱਜ ਵੀ ਵੇਖਦਾ ਹਾਂ ਕਿ ਪੰਜਾਬ ਦੇ ਵਿੱਚ ਜਾਂ ਪੂਰੇ ਭਾਰਤ ਦੇ ਵਿੱਚ SC ST OBC ਨਾਂ ਹੈ ਜਿਹੜਾ, ਇਹ ਸੰਵਿਧਾਨਕ ਨਾਂ ਹੈ। ਬਹੁਜਨਾਂ ਦਾ, ਮੂਲ ਵਾਸੀਆਂ ਦਾ ਸੰਵਿਧਾਨਕ ਨਾਂ ਹੈ ਜਿਹੜਾ, ਉਹ SC ST OBC ਹੈ। ਇਹਦੇ ਤੇ ਇੱਥੇ ਅਸੀਂ ਚਰਚਾ ਨਹੀਂ ਕਰਾਂਗੇ, ਗੱਲ ਲੰਬੀ ਚਲੀ ਜਾਏਗੀ। ਜਾਣੀ ਆਦਿਵਾਸੀ, ਅਛੂਤ ਜਾਤੀ ਦੇ ਲੋਕ ਤੇ OBC, ਹੋਰ ਪਛੜੀਆਂ ਜਾਤੀਆਂ, ਇੱਕ ਵਰਗ ਹੈ ਜਿਹਨੂੰ ਪਛੜੀਆਂ ਜਾਤੀਆਂ ਕਿਹਾ ਜਾਂਦਾ ਹੈ। ਇਹ ਸਾਰੇ ਨੂੰ ਪਛੜੀ ਜਾਤੀ ਕਿਹਾ ਜਾਂਦਾ ਹੈ। ਇਹਨਾਂ ਨੂੰ ਡਾਕਟਰ ਅੰਬੇਡਕਰ ਨੇ ਜਦੋਂ ਉਹਨਾਂ ਨੇ ਸੰਵਿਧਾਨ ਲਿਖਿਆ, ਇਸ ਕਰਕੇ ਵਿਸ਼ੇਸ਼ ਅਧਿਕਾਰ ਦਿੱਤੇ ਲਿਖਤੀ ਰੂਪ 'ਚ, ਸੰਵਿਧਾਨ ਦੇ ਲਿਖਤੀ ਰੂਪ 'ਚ
बहुत सारिया धारावां है जिन्हां दे विच ये सब कुछ लिखिया होया है, जिहदा मतलब है कि इन्हां कोल 1947 तो पहला बहुत ही घट अधिकार सी। जमीन इन्हां कोल नहीं सी, व्यापार ये कर नहीं सी सकते, दूजिਆਂ ਦੇ बराबरे खड़ नहीं सी सकते, बैठ नहीं सी सकते, बराबर के कपड़े पा नहीं सी सकते, खूहां ते पानी नहीं सी भर सकते। ये सारा कुछ मैं पंजाब दे सिख पिंडां 'च देखा। बाकी हिंदू पिंडां 'च दी गल छड्डो, ये जिहड़े सिख पिंड है पंजाब दे, इन्हां 'च ते हिंदू पिंडां 'च इक्को जिहा रवैया रहा इन्हां दा। इस करके उन्होंने विशेष अधिकार दिते गए। उन्होंने एक हिस्सेदारी दिती गई। जिवें जट्टां नूं वो पहले संघर्ष दे विच जिहड़ा 35 दे इर्द गिर्द होया, उहदे च एक विशेष अधिकार दिता गया। बिल्कुल उस तरह SC ST OBC नूं विशेष अधिकार दिते गए। वो पढ़े 47 तो बाद संविधान जद लागू होया 50 च, फिर उन्हां दीयां नौकरियां जिहड़ियां वो बरकरार कीतियां गईयां, उन्हां नूं सुरक्षित किया गया, उन्हां नूं संविधानक सुरक्षा दी गई। और उहदे मगर एक खास गल सी कि ये नौकरी ते रहिंदे होए भारत दे दूजे SC ST OBC मूल वासियों वास्ते संघर्ष करनगे। अपनी वर्गां नूं जिहड़े भारत दे 80-85% वर्ग है उन्हां नूं बराबर उठाउण वास्ते अंदोलन करनगे। पर होया की कि ये लोग जदों ही नौकरियां च आए तो कम्युनिस्टां ने इन्हां नूं गुमराह करके तनखाहां दे चक्कर च पा लिया। तनखाहां, इंक्रीमेंटां, नवे स्केल, इस चक्कर दे विच इन्हां नूं फसा के ट्रेड यूनियनां दे विच इंटकेट कैरा वगैरह जिहड़ियां बनाईयां इन्हां ने, उहदे विच ये फस गए सारे दे सारे। क्योंकि मेरी मैं वो नौकरी जो शुरू की तो उस वे भारत के दबे कुचले लोग है जिहड़े वो स्कूलों कॉलेजों चों निकल के नौकरियां च आउण लग गए सी। जानी नौकरी के अधिकारां वास्ते इन्हां लोकां नूं समाजिक बराबरी पैदा करने की थां ते तनखाहां, स्केल ते इंक्रीमेंट एरा वगैरह उन्हां वास्ते इन्हां नूं जूड़े दे हेठ जोड़ लिया। किसी नूं भिंडी जोड़ लिया, किसी नूं जूड़े हेठ कर लिया, किसी नूं भीड़ बना के गड्ढे दे मगर तोड़ लिया। तो पूरा भारत मेरी अखां सामने इस अंदोलन च पै गया। नतीजा की निकलिया कि 1960 तो बाद 60, 62, 65 तो बाद जिन्ने भी कर्मचारी बने उन्हां चों 99% यूनियनां दे विच काम करने वाले लोग पैदा होए, जिहड़े कम्युनिस्टां दी विचारधारा दे हाली बने, हाली ते पाली बने। कम्युनिस्टां दी विचारधारा दे हाली ते पाली बने और जद अपनियां तनखाहां वास्ते लड़े, स्केलों वास्ते लड़े,
ਇੰਕਰੀਮੈਂਟਾਂ ਜਿਹੜੀਆਂ ਉਹਦੇ ਵਾਸਤੇ ਲੜੇ, ਤੇ ਉਹਨਾਂ ਨੇ ਬਾਬਾ ਸਾਹਿਬ ਦਾ ਸੁਪਨਾ ਜਿਹੜਾ ਉਹ ਮਿੱਟੀ ਕਰ ਦਿੱਤਾ ਕਿ ਜਦੋਂ ਹੀ ਨੌਕਰੀ ਲੱਗੋ, 4 ਪੈਸੇ ਤੁਹਾਡੇ ਕੋਲ ਆਉਣ ਤਾਂ ਤੁਸੀਂ ਆਪਣੀ ਤਾਕਤ ਦੀ ਵਰਤੋਂ ਕਰਕੇ, ਜਿਹੜੀ ਤੁਹਾਨੂੰ ਹਜ਼ਾਰਾਂ ਸਾਲਾਂ ਬਾਅਦ ਮਿਲੀ, ਉਹਦੀ ਵਰਤੋਂ ਕਰਕੇ ਤੁਸੀਂ ਸਮਾਜ ਨੂੰ ਬਰਾਬਰ ਉਠਾਉਣਾ ਹੈ। ਇਹ ਗੱਲ ਉਹਨਾਂ ਨੇ ਮਿੱਟੀ ਕਰਤੀ। 1978-80 ਦੇ ਵਿੱਚ ਇੱਕ ਜਾਣੀ ਮਹਾਰਾਸ਼ਟਰ ਦੇ ਵਿੱਚੋਂ ਬਾਮਸੇਫ ਨਾਂ ਦੀ ਜਥੇਬੰਦੀ ਖੜੀ ਹੋਈ, ਜਿਹਨੂੰ ਕਾਸ਼ੀ ਰਾਮ, ਦੀਨਾ ਪਾਨਾ ਔਰ ਡੀ ਖਾਪੜੇ, ਇਹਨਾਂ 3 ਮਨੁੱਖਾਂ ਨੇ ਖੜੇ ਕੀਤਾ। ਔਰ ਜਿਨ੍ਹਾਂ ਨੇ ਨਿਸ਼ਾਨਾ ਹੀ ਇਹ ਮਿਥਿਆ, ਪੇ ਬੈਕ ਟੂ ਸੋਸਾਇਟੀ, ਕਿ ਤੁਸੀਂ ਲੋਕਾਂ ਦੀ ਜ਼ਿੰਮੇਵਾਰੀ ਸੀ ਇਹ ਕਿ ਤੁਸੀਂ ਆਪਣੇ ਸਮਾਜ ਨੂੰ ਕੁਛ ਨਾ ਕੁਛ ਦੇ ਕੇ ਬਰਾਬਰ ਖੜਾ ਕਰਦੇ। ਤਦ ਭਾਰਤ ਦੇ ਪੜ੍ਹੇ ਲਿਖੇ ਲੋਕ ਲੱਖਾਂ ਦੀ ਗਿਣਤੀ 'ਚ ਅੰਦੋਲਨ ਵਿੱਚ ਪਏ, ਔਰ ਇਹ ਅੰਦੋਲਨ ਵਿਚਾਰਧਾਰਕ ਅੰਦੋਲਨ ਸੀ। ਕਿਸਾਨ ਅੰਦੋਲਨ ਆਰਥਿਕ ਅੰਦੋਲਨ ਹੈ, ਵਿਚਾਰਧਾਰਕ ਨਹੀਂ ਹੈ। ਇਹਨਾਂ ਦੀ ਕੋਈ ਵਿਚਾਰਧਾਰਾ ਨਹੀਂ ਹੈ। ਜੱਟਾਂ ਦੀ, ਕਿਸਾਨਾਂ ਦੀ, ਜਾਟਾਂ ਦੀ, ਮਰਾਠੇ ਕਿਸਾਨਾਂ ਦੀ, ਯਾਦਵ ਕਿਸਾਨਾਂ ਦੀ, ਜਾਣੀ ਪੂਰੇ ਭਾਰਤ ਦੇ ਜਿਹੜੇ ਕਿਸਾਨ ਹੈ, ਰੈਡੀ ਐਰਾ ਵਗੈਰਾ, ਇਹਨਾਂ ਦੀ ਵਿਚਾਰਧਾਰਕ, ਇਹਨਾਂ ਦਾ ਕੋਈ ਵਿਚਾਰਧਾਰਕ ਅੰਦੋਲਨ ਨਹੀਂ ਹੈ। ਇਹਨਾਂ ਦਾ ਅੰਦੋਲਨ ਕੇਵਲ ਤੇ ਕੇਵਲ ਆਰਥਿਕ ਅੰਦੋਲਨ ਹੈ। ਜ਼ਮੀਨ ਫਸਲ, ਜ਼ਮੀਨ ਫਸਲ, ਜੱਟ ਜ਼ਮੀਨ ਜੱਟ ਦੀ, ਬਸ ਕਹਾਣੀ ਇਹਦੇ ਤੇ ਖਤਮ ਹੋ ਗਈ। ਹੁਣ ਉਹ ਜ਼ਮੀਨ ਜੱਟ ਦੀ ਬ੍ਰਾਹਮਣ ਨੇ ਉਹਨੂੰ ਹੱਥ ਪਾ ਲਿਆ। ਪਹਿਲਾਂ ਤਾਂ ਇਹ ਭਾਰਤ ਦੇ ਜਿਹੜੇ ਜੱਟ ਲੋਕ ਹੈ, ਜਾਟ ਲੋਕ ਹੈ, ਕਿਸਾਨ ਲੋਕ ਹੈ, ਇਹਨਾਂ ਨੇ ਬ੍ਰਾਹਮਣ ਦੀ ਸੱਤਾ ਪੈਦਾ ਕੀਤੀ। ਸੱਤਾ ਹੀ ਪੈਦਾ ਕਰਦੇ ਆ, ਦਲਤਾਂ ਅੰਦਰ ਤਾਕਤ ਨਹੀਂ ਹੈ ਕਿ ਉਹ ਸੱਤਾ ਪੈਦਾ ਕਰਨ। ਸੱਤਾ ਪੈਦਾ ਕਰਨ ਵਾਲੇ ਇਹੀ ਕਿਸਾਨ ਲੋਕ ਹੈ। ਆਪਣੀ ਵੋਟ ਵੀ ਪਾਉਂਦੇ ਆ ਇਹ, ਔਰ ਆਪਣੇ ਡੰਡੇ ਨਾਲ ਆਪਣੇ ਥੱਲੇ ਲੋਕ ਜਿਹੜੇ ਇਹਨਾਂ ਦੇ ਕਰਿੰਦੇ ਆ, ਉਹਨਾਂ ਤੋਂ ਵੀ ਜ਼ਬਰਨ ਵੋਟ ਪਾਉਂਦੇ ਆ, ਜਾਂ ਉਹਨਾਂ ਨੂੰ ਖਰੀਦ ਕੇ ਉਹਨਾਂ ਦੀ ਵੋਟ ਵੱਡੇ ਲੋਕਾਂ ਨੂੰ ਪਾਉਂਦੇ ਆ। ਇਹਦਾ ਮਤਲਬ ਜਿਹੜੀ ਵੀ ਸੱਤਾ ਬਣੀ, ਔਰ ਜਿਸ ਸੱਤਾ ਨੇ ਇਹਨਾਂ ਦਾ ਗਲਮਾ ਪੜਿਆ, ਜਿਸ ਸੱਤਾ ਨੇ ਇਹਨਾਂ ਨੂੰ ਧੌਣੋਂ ਫੜ ਕੇ ਮੁੱਦੇ ਕੀਤਾ, ਗੋਡਿਆਂ ਪਰ ਨਹੀਂ ਕੀਤਾ, ਇਹ ਸੱਤਾ ਨੂੰ ਪੈਦਾ ਕਰਨ ਵਾਲਾ ਭਾਰਤ ਦਾ ਕਿਸਾਨ ਹੈ। ਇਹ ਜ਼ਿੰਮੇਵਾਰ ਹੈ ਜੋ ਹੋਇਆ ਉਹਦਾ। ਜਿਵੇਂ ਪੰਜਾਬ ਦੇ ਵਿੱਚ ਇੱਕ ਕਹਾਵਤ ਹੈ, ਆਪੇ ਫਾਥੜ ਗਏ ਤੈਨੂੰ ਕੌਣ ਛਡਾਵੇ। ਇਹਨਾਂ ਦੀ ਧੌਣ ਜਿਹਨੇ ਫੜੀ ਹੈ, ਉਹ ਧੌਣ ਫੜਨ ਵਾਲੇ ਨੂੰ ਇਹਨਾਂ ਨੇ ਖੁਦ ਪੈਦਾ ਕੀਤਾ। ਹੁਣ ਇਹਦੀ ਉਦਾਹਰਨ ਕੀ ਹੈ ਕਿ ਬਾਦਲ RSS ਦਾ ਆਦਮੀ ਹੈ। ਇਹ ਕਹਿੰਦੇ ਆ, ਪੰਜਾਬ ਦੇ ਜੱਟ ਕਹਿੰਦੇ ਕਿ ਬਾਦਲ RSS ਦਾ ਆਦਮੀ ਹੈ, ਤੇ ਬਾਦਲ ਖੁਦ ਕਹਿੰਦਾ ਹੈ ਕਿ RSS ਨਾਲ ਉਹਨਾਂ ਦਾ ਤੀਵੀਂ ਤੇ ਮਰਦ ਵਾਲਾ ਰਿਸ਼ਤਾ ਹੈ। ਕੋਈ ਸ਼ੱਕ? ਕਿਸੇ ਨੂੰ ਕੋਈ ਸ਼ੱਕ? ਪੰਜਾਬ ਦੇ ਕਿਸਾਨਾਂ ਨੇ ਬਾਦਲ ਪੈਦਾ ਕੀਤਾ, ਤੇ ਬਾਦਲ ਨੇ RSS
ਦੇ ਨਾਲ ਤੀਵੀਂ ਮਰਦ ਵਾਲਾ ਰਿਸ਼ਤਾ ਪੈਦਾ ਕੀਤਾ। कौन जिम्मेवार है? बादल ना, बिल्कुल गलत, 100% गलत। किसान जिम्मेवार है जिन्हें बादल नूं पैदा किया। बादल दा परिवार जट्टां दे कहण मुताबक ਜ਼ਮੀਨਾਂ ਦੇ ਬਿੱਲਾਂ ਤੇ ਸਹਿਮਤੀ ਦੇ ਕੇ ਦਸਤਖਤ ਕਰਕੇ ਆਇਆ, ਇਹ ਕਹਿੰਦੇ ਆ। ਤੇ ਉਹਨੂੰ ਬਾਦਲ ਨੂੰ ਮੁੱਖ ਮੰਤਰੀ ਕੌਣ ਬਣਾਉਂਦਾ ਰਿਹਾ? ਕੀ ਉਦੋਂ ਲੋਕਾਂ ਨੂੰ ਪਤਾ ਨਹੀਂ ਸੀ ਕਿ ਬਾਦਲ RSS ਦਾ ਤੀਵੀਂ ਦਾ ਰਿਸ਼ਤਾ ਰੱਖਦਾ RSS ਨਾਲ? ਇਹਦਾ ਮਤਲਬ ਹੈ ਕਿ 100% ਕਿਸਾਨ ਆਪਣੀ ਇਸ ਦੁਰਦਸ਼ਾ ਦਾ ਜ਼ਿੰਮੇਵਾਰ ਹੈ। ਹੁਣ ਲੈ ਲਓ ਕਾਂਗਰਸ, ਪੂਰਾ ਪੰਜਾਬ ਪਿੱਟ ਰਿਹਾ ਕਿ ਜਿਹੜਾ ਕੈਪਟਨ ਹੈ ਇਹ ਸਹਿਮਤੀ ਦੇ ਕੇ ਆਇਆ ਤਿੰਨਾਂ ਬਿੱਲਾਂ ਦੀ, ਔਰ ਇਹ ਸਹੀ ਹੈ, 100% ਸਹੀ ਹੈ। ਉਹਨੂੰ ਬਾਰ-ਬਾਰ ਮੁੱਖ ਮੰਤਰੀ ਕੌਣ ਬਣਾਉਂਦਾ ਹੈ? ਦਲ ਤਾਂ ਬਣਾ ਨਹੀਂ ਸਕਦੇ। ਅਗਰ ਦਲ ਤਾਂ ਬਣਾ ਸਕਦੇ ਹੁੰਦੇ ਤੇ ਆਪਦੀ ਸਰਕਾਰ ਬਣਾ ਲੈਂਦੇ। ਇਹ ਤਾਂ ਗੋਲੂ ਗੁਲਾਮ ਹੈ ਜੱਟਾਂ ਦੇ। ਕਮੀ ਕਮੀਣ ਲਾਗੀ ਵਿਗਾਰੀ ਗੋਲੂ ਗੁਲਾਮ ਸੀਰੀ, ਕੁਛ ਵੀ ਨਾ ਲਓ ਇਹਨਾਂ ਦਾ। ਤੁਸੀਂ ਜਿਹੜਾ ਇਹਨਾਂ ਦੇ ਖੇਤ 'ਚ ਕੰਮ ਕਰਦਾ ਉਹਦੀ ਗੱਲ ਛੱਡੋ, ਇਹ ਪੜ੍ਹੇ ਲਿਖੇ IAS ਵੀ ਹੋਣ, IPS ਵੀ ਹੋਣ, ਤਦ ਵੀ ਇਹਨਾਂ ਦੇ ਗੁਲਾਮ ਹੈ। ਤਦ ਵੀ ਇਹ ਇਹਨਾਂ ਦੇ ਗੁਲਾਮ ਹੈ। ਇਹਨਾਂ ਦੀ ਚੋਰੀ ਚੁੱਕੀ ਕਰਦੇ ਸਾਰੇ। ਮੈਂ ਆਪਣੇ ਚਾਰੇ ਤਰਫ ਮੇਰਾ IAS ਲੋਕਾਂ ਨਾਲ ਵਾਹ ਪਿਆ ਹੈ, ਮੇਰਾ IPS ਲੋਕਾਂ ਨਾਲ ਵਾਹ ਪਿਆ ਹੈ, ਮੇਰਾ ਛੋਟੇ ਲੈਵਲ ਦੇ DSP ਥਾਣੇਦਾਰਾਂ ਨਾਲ ਵਾਹ ਪਿਆ ਹੈ। ਇਹ ਸਾਰੇ ਦੇ ਸਾਰੇ ਜਿਹੜੇ ਹੈ ਇਹਨਾਂ ਚੋਂ ਮੁੱਠੀ ਭਰ ਲੋਕਾਂ ਨੂੰ ਛੱਡ ਦਿਓ, ਬਾਕੀ ਸਾਰੇ ਦੇ ਸਾਰੇ ਇਹ ਚੋਰੀ ਚੁੱਕੀ ਕਰਦੇ ਆ। ਇਹ ਤਾਂ ਬਣਾ ਨਹੀਂ ਸਕਦੇ ਕੁਛ। ਇਹਨਾਂ ਦੇ ਸਰਦਾਰ ਪਾਲੇ ਵੇ ਇਹਨਾਂ ਦੇ, ਇਹ ਮੇਰਾ ਸਰਦਾਰ ਹੈ, ਆ ਮੇਰਾ ਸਰਦਾਰ ਹੈ, ਆ ਮੇਰਾ ਸਰਦਾਰ ਹੈ। ਮੇਰੀ ਕੈਪਟਨ ਸਾਹਿਬ ਨਾਲ ਯਾਰੀ ਹੈ, ਮੇਰੀ ਬਾਦਲ ਸਾਹਿਬ ਨਾਲ ਯਾਰੀ ਹੈ, ਮੇਰੀ ਫਲਾਣੇ ਸਰਦਾਰ ਨਾਲ ਯਾਰੀ ਹੈ। ਤੁਸੀਂ ਬੈਠੋ ਨਾ ਇਹਨਾਂ ਕੋਲੇ, ਤੁਹਾਨੂੰ ਪਤਾ ਲੱਗ ਜਾਏਗਾ। ਤਾਂ ਇਹ ਲੋਕ ਹੈ ਜਿਹੜੇ ਸੱਤਾ ਨਹੀਂ ਪੈਦਾ ਕਰ ਸਕਦੇ। ਇਹ ਤਾਂ ਜਾਣਦੇ ਕਰਦੇ ਵੀ ਸੱਤਾ ਨਹੀਂ ਪੈਦਾ ਕਰ ਸਕਦੇ। ਪਛੜੀਆਂ ਜਾਤੀਆਂ ਦੇ ਲੋਕਾਂ 'ਚ ਕੋਈ ਸਮਾਜੀ ਔਕਾਤ ਹੈ ਹੀ ਨਹੀਂ। ਅਜੇ ਦਲਿਤ ਜਿਹੜੇ ਹੈ SC ਲੋਕ ਹੈ ਪੰਜਾਬ ਦੇ, ਹਰਿਆਣੇ ਦੇ, ਇਹਦਾ ਲੜਦੇ ਮਰਦੇ ਹੈ। ਪੰਜਾਬ ਦੇ ਪਛੜੇ ਲੋਕ ਜਿਹੜੇ ਜਾਂ ਹਰਿਆਣੇ ਦੇ ਪਛੜੇ ਲੋਕ ਹੈ, ਇਹਨਾਂ ਦੀ ਸਮਾਜਿਕ ਔਕਾਤ 0 ਹੈ। ਹੁਣ ਸੱਤਾ ਕੌਣ ਪੈਦਾ ਕਰਦਾ? ਪੰਜਾਬ ਦਾ ਜੱਟ। ਜੱਟ ਨੂੰ ਪੰਜਾਬ 'ਚ ਕੀ ਕਹਿੰਦੇ ਆ? ਕਿਸਾਨ। ਬਿੱਲ ਕਿਹਦੇ ਖਿਲਾਫ ਪਾਸ ਹੋਏ? ਐਕਟ ਕਿਹਦੇ ਖਿਲਾਫ ਬਣੇ? ਕਿਸਾਨ ਦੀ ਜ਼ਮੀਨ ਦੇ ਖਿਲਾਫ। ਅੰਦੋਲਨ ਕੌਣ ਕਰ ਰਿਹਾ? ਕਿਸਾਨ। ਕਿਉਂ ਕਰ ਰਿਹਾ? ਕਿਉਂਕਿ ਜ਼ਮੀਨ ਉਹਦੇ ਕੋਲ ਹੈ, ਜ਼ਮੀਨ ਉਹਦੀ ਹੈ, ਫਸਲ ਉਹਦੀ ਹੈ। ਮਾਲਕ ਕੌਣ ਹੈ? ਬ੍ਰਾਹਮਣ ਬਣੀਆਂ। ਬ੍ਰਾਹਮਣ ਬਣੀਆਂ ਨੇ ਬਿੱਲ ਪਾਸ ਕਰਤੇ,
ਇਹਨੂੰ ਸੀਰੀ ਬਣਾ ਲਿਆ। ਬਿੱਲਾਂ ਦੇ ਅਨੁਸਾਰ ਜਿਹੜਾ ਪੰਜਾਬ ਦਾ ਕਿਸਾਨ ਹੈ, ਪੰਜਾਬ ਦਾ ਜੱਟ ਹੈ, ਹਰਿਆਣੇ ਦਾ ਜੱਟ ਹੈ, ਪੂਰੇ ਦੇਸ਼ ਦਾ ਜਿਹੜਾ ਕਿਸਾਨ ਹੈ ਉਹ ਸੀਰੀ ਬਣ ਗਿਆ। ਨਾ ਨਾ ਉਹੀ ਹੈ, ਕਮੀ ਕਮੀਣ ਬਣੇਗਾ ਇਹ। ਜਦੋਂ ਮੈਂ ਛੋਟਾ ਸੀ 5-6 ਸਾਲ ਦਾ, ਤਾਂ ਮੈਂ ਦੇਖਦਾ ਸੀ ਕਿ ਇਹ ਕੁਛ ਇਹਦੀ ਔਕਾਤ ਹੀ ਕੋਈ ਨਹੀਂ ਸੀ। ਇਹ ਕਣਕ ਕੱਢਦਾ, ਦੂਜੀ ਚੀਜ਼ ਕੱਢਦਾ, ਫਸਲ ਕੱਢਦਾ। ਸਾਡੇ ਘਰ ਦੇ ਨਾਲ ਪਿੰਡ ਸੀਗੇ ਵੱਡੇ, ਤਾਂ ਉੱਥੇ ਅਸੀਂ ਖੇਡਦੇ ਰਹਿੰਦੇ ਸਾਰੀ ਦਿਹਾੜੀ। ਸਕੂਲੋਂ ਆਉਣਾ, ਖੇਡਣਾ, ਪਾਣੀ ਵਰਨਾ, ਮੀਂਹ ਪੈਣੇ, ਗੋਡੇ ਗੋਡੇ ਪਾਣੀ ਹੋਣਾ, ਉੱਤੇ ਅਸੀਂ ਖੇਡਦੇ ਰਹਿੰਦੇ ਸੀ। ਛੱਪੜ ਸੀ ਸਾਡਾ ਉੱਤੇ ਅੱਧੇ ਪਿੰਡ ਦਾ। ਜਦੋਂ ਹੀ ਬੋੜ ਲੱਗਣਾ ਉੱਤੇ ਪੱਟੀ ਦੇ ਦੇਣੀ ਕਿਸਾਨ ਨੇ। ਔਰ ਉਹਨੂੰ ਤੋਲਦਾ ਕੌਣ ਸੀ? ਪਿੰਡ ਦਾ ਬਾਣੀਆ। ਜਿੰਨਾ ਚਿਰ ਬਾਣੀਆ ਨਾ ਆਉਂਦਾ, ਬੋੜ ਪਿਆ ਰਹਿੰਦਾ, ਪੱਟੀ ਦੇ ਕੇ ਪਿਆ ਰਹਿੰਦਾ। ਇਹ ਕੀ ਹੈ? ਇਹ ਕਮੀਣ ਵਰਗੀ ਸਥਿਤੀ ਜਣੀ ਅਸੀਂ ਦੇਖਦੇ ਹਾਂ ਕਿ ਉਹਦੀ ਔਕਾਤ ਹੀ ਕੋਈ ਨਹੀਂ। ਉਹ ਸੀਰੀ ਹੈ। ਅੱਜ ਫੇਰ ਸੀਰੀ ਬਣ ਗਿਆ ਬਾਣੀਏ ਦਾ, ਬ੍ਰਾਹਮਣ ਦਾ। ਹੁਣ ਉਹ ਅੰਦੋਲਨ ਕਰ ਰਿਹਾ। ਇਹ ਆਰਥਿਕ ਅੰਦੋਲਨ ਹੈ। ਪਰ ਇਹਦੇ 'ਚ ਕੀ ਹੋਇਆ ਕਿ ਜਿਹੜੀ ਵਿਚਾਰਧਾਰਾ ਪੰਜਾਬ ਅੰਦਰ ਦਲਿਤਾਂ ਨੇ ਪੈਦਾ ਕੀਤੀ, ਸੰਵਿਧਾਨਕ ਵਿਚਾਰਧਾਰਾ, ਅੰਬੇਡਕਰ ਦੀ ਵਿਚਾਰਧਾਰਾ ਜਿਹੜੀ ਪੈਦਾ ਹੋਈ, ਉਹਨੇ ਪਹਿਲੀ ਵਾਰ ਪੰਜਾਬ ਦੇ ਕਿਸਾਨਾਂ ਦੀ ਇੱਕ ਖਾਸ ਗਿਣਤੀ ਦੇ ਉੱਤੇ ਅਸਰ ਪਾਇਆ। ਦੋ ਚੀਜ਼ਾਂ ਇਹਨਾਂ ਨੇ ਜਿਹੜੀਆਂ ਅੱਜ ਤੱਕ ਨਹੀਂ ਮੰਨੀਆਂ ਸੀ, ਉਹਨੂੰ ਸਵੀਕਾਰ ਕੀਤਾ। ਉਹ ਕਿਹੜੀਆਂ? ਡਾਕਟਰ ਅੰਬੇਡਕਰ ਤੇ ਭਾਰਤ ਦਾ ਸੰਵਿਧਾਨ। ਜਾਣੀ ਇਹਨਾਂ ਨੂੰ 100 ਸਾਲ ਬਾਅਦ ਜਾ ਕੇ, 120 ਸਾਲ ਬਾਅਦ ਜਾ ਕੇ 70 ਸਾਲ ਬਾਅਦ ਜਾ ਕੇ, ਮੈਂ ਗਲਤ ਬੋਲ ਗਿਆ ਸੀ, 70 ਸਾਲ ਬਾਅਦ ਪੰਜਾਬ ਦੇ ਕਿਸਾਨ ਨੂੰ ਸੰਵਿਧਾਨ ਦੀ ਤੇ ਡਾਕਟਰ ਅੰਬੇਡਕਰ ਦੀ ਸਮਝ ਲੱਗੀ। ਜਿਸ ਸੰਵਿਧਾਨ ਤੇ ਡਾਕਟਰ ਅੰਬੇਡਕਰ ਬਾਰੇ ਮੈਂ ਤੇ ਮੇਰੇ ਹਜ਼ਾਰਾਂ ਨਹੀਂ ਲੱਖਾਂ ਸਾਥੀ ਪੂਰੇ ਭਾਰਤ 'ਚ 40 ਸਾਲ ਤੋਂ ਲਗਾਤਾਰ ਗਲੀ ਗਲੀ 'ਚ ਬੋਲ ਰਹੇ ਹਾਂ, ਘੰਟਿਆਂ ਬੱਧੀ ਬੋਲ ਰਹੇ ਹਾਂ, ਡੀਜੇ ਲਾ ਕੇ ਬੋਲ ਰਹੇ ਹਾਂ, ਵੱਡੇ ਵੱਡੇ ਸਪੀਕਰ ਲਾ ਕੇ ਬੋਲ ਰਹੇ ਹਾਂ, ਤੇ ਭਾਰਤ ਦਾ ਸਾਰਾ ਇਤਿਹਾਸਕ ਸਾਹਿਤ ਅਸੀਂ ਪੈਦਾ ਕਰਤਾ। ਪਰ ਪੰਜਾਬ ਹਰਿਆਣਾ ਹੋਵੇ ਜਾਂ ਪੰਜਾਬ ਹੋਵੇ ਜਾਂ ਪੂਰਾ ਭਾਰਤ ਦੇ ਕਿਸਾਨ ਨੇ ਕਦੇ ਵੀ ਸੰਵਿਧਾਨ ਲਈ ਜਾਂ ਡਾਕਟਰ ਅੰਬੇਡਕਰ ਲਈ ਅੱਖ ਪੁੱਟ ਕੇ ਨਹੀਂ ਵੇਖਿਆ। ਪਹਿਲੀ ਵਾਰ ਵੇਖਿਆ। ਭਾਵੇਂ ਉਹਦਾ ਆਰਥਿਕ ਅੰਦੋਲਨ ਹੈ ਇਹ, ਪਰ ਉਹਨੇ ਵਿਚਾਰਧਾਰਕ ਅੰਦੋਲਨ ਵੱਲ ਪਹਿਲੀ ਵਾਰ ਅੱਖ ਚੁੱਕੀ, ਉਹਨੂੰ ਵੇਖਣ ਦਾ ਯਤਨ ਕੀਤਾ, ਉਹਨੂੰ ਸਮਝਣ ਦਾ ਯਤਨ ਕੀਤਾ। ਬਹੁਤ ਸਾਰੇ ਜੱਟ ਕਿਸਾਨਾਂ ਨੂੰ ਮੈਂ ਦੇਖਦਾ ਹਾਂ ਕਿ ਜਾਂ ਸੁਣਦਾ ਵੀ ਹਾਂ, ਦੇਖਦਾ ਹੈ, ਸੁਣਦਾ ਹੈ ਮੋਬਾਈਲ ਦੇ ਉੱਤੇ ਕਿ ਉਹ ਡਾਕਟਰ ਅੰਬੇਡਕਰ ਤੇ ਭਾਰਤੀ ਸੰਵਿਧਾਨ ਉੱਤੇ ਚਰਚਾ ਕਰਦੇ ਆ, ਔਰ ਸਾਫ਼ ਸ਼ਬਦਾਂ 'ਚ ਕਹਿੰਦੇ ਆ ਕਿ ਅਗਰ ਭਾਰਤ ਦਾ ਸੰਵਿਧਾਨ ਸੁਰੱਖਿਅਤ ਹੁੰਦਾ ਜਾਂ ਸੁਰੱਖਿਅਤ ਰਹੇ ਤਾਂ ਇਹਨਾਂ ਜ਼ਮੀਨਾਂ ਨੂੰ ਵੀ ਅਸੁਰੱਖਿਅਤ ਕੋਈ ਨਹੀਂ ਕਰ ਸਕਦਾ ਸੀ। ਇਹ ਭਾਰਤ ਦਾ ਸੰਵਿਧਾਨ ਆ ਜਿਹੜਾ,
ਜਾਂ ਇਹਦੀਆਂ ਜੜ੍ਹਾਂ ਜਿਹੜੀਆਂ, ਇਹਦੀ ਰੂਹ ਹੈ ਜਿਹੜੀ, ਉਹ ਸਾਡੇ ਵੱਸ ਦਾ ਰੋਗ ਨਹੀਂ ਸੀ ਸਮਝਣਾ। ਇਹ ਤਾਂ ਬਾਮਸੇਵ ਦੇ ਮਾਧਿਅਮ ਤੋਂ ਅਸੀਂ ਸਮਝ ਸਕੇ। 40 ਸਾਲ ਮੈਂ ਇਸ ਸੰਵਿਧਾਨ ਦੇ ਮਗਰ ਜਿਹੜੀ ਵਿਚਾਰਧਾਰਾ ਖੜੀ ਹੈ ਉਹਨੂੰ ਪੜ੍ਹਨ ਤੇ ਸਮਝਣ ਦਾ ਯਤਨ ਕੀਤਾ, ਤਦ ਜਾ ਕੇ ਮੈਨੂੰ ਸੰਵਿਧਾਨ ਦੀ ਸਮਝ ਲੱਗੀ। ਹੁਣ ਦੋ ਚੀਜ਼ਾਂ ਬਰੋ ਬਰਾਬਰ ਖੜੋਤੀਆਂ ਹੈ ਕਿ ਦਲਿਤ ਪਛੜੇ ਕਿਸਾਨ ਦੇ ਨਾਲ ਨਹੀਂ ਖੜੇ। ਜੇ ਖੜੇ ਆ ਤਾਂ ਬਹੁਤ ਥੋੜੇ ਖੜੇ ਆ। ਇਹਦਾ ਕਾਰਨ ਕੀ ਹੈ? ਇਹਦਾ ਕਾਰਨ, ਮੂਲ ਕਾਰਨ ਹੈ ਕਿ ਕਿਸਾਨ ਵਿਚਾਰਧਾਰਕ ਅੰਦੋਲਨ ਨਹੀਂ ਕਰਤਾ। ਕਿਸਾਨ ਕੇਵਲ ਆਰਥਿਕ ਅੰਦੋਲਨ ਕਰਦਾ ਹੈ, ਆਪਣੀ ਜ਼ਮੀਨ ਤੋਂ ਅੱਗੇ ਨਹੀਂ ਜਾਂਦਾ। ਜਾਂ ਤਾਂ ਗੁਰਦੁਆਰੇ ਜਾ ਕੇ ਪਾਠ ਪੂਜਾ ਕਰਦਾ, ਗੁਰੂ ਦੇ ਗੁਰਪੁਰਬ ਜਾਂ ਉਹਨਾਂ ਦੇ ਸ਼ਹੀਦੀ ਪੁਰਬ ਮਨਾਉਂਦਾ, ਘਰੇ ਪਾਠ ਕਰਵਾ ਲੈਂਦਾ, ਕਿਸੇ ਦੇ ਪਾਠ ਤੇ ਜਾ ਆਉਂਦਾ, ਮਰਗ ਦੇ ਭੋਗ ਤੇ ਜਾ ਆਉਂਦਾ। ਤੇ ਜਾਂ ਫਿਰ ਕੀ ਕਰਦਾ, ਇਹ ਜ਼ਮੀਨ ਦੇ ਵਾਸਤੇ ਸੰਘਰਸ਼ ਕਰਦਾ। ਜਿਹੜਾ ਸੰਘਰਸ਼ ਇਹਨੇ ਅੱਜ ਤੱਕ ਕੀਤਾ ਹੈ ਜ਼ਮੀਨ ਦਾ, ਉਹਦੀ ਰੂਪਰੇਖਾ ਕੀ ਸੀ, ਮੈਂ ਥੋੜੀ ਦੱਸਣਾ ਜ਼ਿਆਦਾ ਸਹੀ ਸਮਝੂੰਗਾ ਕਿ ਉਹ ਆਪਣੇ ਮਾਂ ਬਾਪ, ਭੈਣ ਭਰਾ, ਪੁੱਤ ਧੀ, ਕਿਸੇ ਨੂੰ ਵੀ ਕਤਲ ਕਰ ਸਕਦਾ ਹੈ ਇੱਕ ਜਾਣੀ ਇੱਕ ਉਹਰੇ ਜ਼ਮੀਨ ਪਿੱਛੇ ਕਤਲ ਕਰ ਸਕਦਾ ਹੈ। ਇਹ ਉਹਦਾ ਆਰਥਿਕ ਜਿਹੜਾ ਆਰਥਿਕਤਾ ਜਿਹੜੀ ਹੈ ਜ਼ਮੀਨ ਦੀ, ਜਿਹੜੀ ਉਹਦੇ ਮਨ 'ਚ ਵਸੀ ਹੋਈ ਹੈ, ਡੂੰਘੀ ਖੁੱਭੀ ਹੋਈ ਹੈ। ਜਾਣੀ ਲੱਖਾਂ ਲੱਖਾਂ ਲੋਕ, ਭੈਣ ਭਰਾ, ਧੀ, ਬਾਪ, ਮਾਂ, ਬੱਚਾ, ਭਤੀਜਾ, ਚਾਚਾ, ਤਾਇਆ, ਭੂਆ, ਕਿਸੇ ਨੂੰ ਵੀ ਉਹਨੇ ਕਤਲ ਕਰਤਾ। ਤੇ ਲੱਖਾਂ ਲੱਖਾਂ ਉਹਨੇ ਰਿਸ਼ਤੇ ਕਤਲ ਕਰਤੇ ਇੱਕ ਮੁੱਠੀ ਜ਼ਮੀਨ ਦੀ ਖਾਤਰ। ਤੇ ਅੱਜ ਜਦੋਂ ਇਹ ਪੂਰੇ ਪੰਜਾਬ ਦੀ ਗੱਲ ਨਹੀਂ ਹੈ, ਹਰਿਆਣੇ ਦੀ ਗੱਲ ਨਹੀਂ ਹੈ, ਪੂਰੇ ਦੇਸ਼ ਦੀ ਗੱਲ ਹੈ। ਇਹ ਸਾਰੇ ਦੇਸ਼ ਦੀ ਗੱਲ ਹੈ। ਕਰੋੜਾਂ ਕਤਲ ਹੋਏ ਆ ਜ਼ਮੀਨ ਪਿੱਛੇ। ਤੇ ਅੱਜ ਬ੍ਰਾਹਮਣ ਬਣੀਏ ਨੇ ਉਹਦੀ ਸੱਤਾ 'ਚ, ਜਿਹੜੀ ਉਹਦੀ ਸੱਤਾ ਇਸ ਵੇਲੇ ਬਣਾਈ ਇਹਨਾਂ ਕਿਸਾਨਾਂ ਨੇ, ਉਹ ਸੱਤਾ ਨੇ ਸਾਰੀ ਜ਼ਮੀਨ ਦੇ ਖਿਲਾਫ, ਭਾਰਤ ਦੀ ਸਾਰੀ ਜ਼ਮੀਨ ਦੇ ਖਿਲਾਫ 3 ਬਿੱਲ ਪਾਸ ਕਰਤੇ। ਤੇ ਲੜ ਕੌਣ ਰਿਹਾ? ਸੜਕਾਂ ਤੇ ਕੌਣ ਬੈਠੇ? ਕਿੰਨੇ ਲੋਕ ਬੈਠੇ? ਕਿ ਬਾਕੀ ਭਾਰਤ 'ਚ ਲੋਕ ਇਸੇ ਤਰ੍ਹਾਂ ਬੈਠੇ ਜਿਵੇਂ ਪੰਜਾਬ 'ਚ ਬੈਠੇ? ਅਜੇ ਤਾਂ ਕੇਂਦਰ ਦੀਆਂ ਆਰਥਿਕ ਪਾਬੰਦੀਆਂ ਦੇਖਣੀਆਂ ਹੈ। ਕਿਸਾਨਾਂ ਨੇ, ਇਹ ਰੇਲ ਉਹਦੀ ਇੱਕ ਉਦਾਹਰਨ ਹੈ ਕਿ ਰੇਲਾਂ ਬੰਦ। ਕੱਲ ਨੂੰ ਕੀ ਕੀ ਬੰਦ ਹੋਏਗਾ, ਤਿਆਰੀ ਰੱਖੋ ਆਪਣੀ। ਭਰਾਵਾਂ ਨੂੰ, ਬਾਪ ਨੂੰ, ਧੀ ਨੂੰ, ਭੈਣ ਨੂੰ, ਭੂਆ ਨੂੰ, ਚਾਚੇ ਨੂੰ, ਤਾਏ ਨੂੰ ਕਤਲ ਕਰਨ ਵਾਲੇ ਲੋਕੋ, ਆਪਣੀਆਂ ਜ਼ਮੀਨਾਂ ਦੇ ਵਿੱਚ ਕੰਮ ਕਰਕੇ ਤੁਹਾਡੇ ਬਰਾਬਰ ਦੇ ਜਾਣੀ ਹਿੱਸੇਦਾਰ ਬਣ ਕੇ ਫਸਲਾਂ ਬੀਜਣ ਵਾਲੇ ਮਜਬੀ, ਚਮਾਰ, ਛੀਂਬੇ, ਨਾਈ, ਚੌਰ, ਜਲਾਹੇ,
ਜਿਹੜੇ ਤੁਹਾਡੇ ਨਾਲ ਹਮੇਸ਼ਾ ਖੜੇ ਹੈ, ਉਹਨਾਂ ਨੂੰ ਗੋਡੇ ਥੱਲੇ ਰੱਖਣ ਵਾਲੇ ਲੋਕੋ, ਤੁਸੀਂ ਇੱਕ ਗੱਲ ਜ਼ਰੂਰ ਸਮਝ ਲਓ। ਅੱਜ ਕਈ ਵਾਰ ਆਦਮੀ ਆਮ ਹਾਲਤਾਂ 'ਚ ਗੱਲ ਨਹੀਂ ਸਮਝ ਸਕਦਾ, ਜਦੋਂ ਬੁਰੇ ਹਾਲਤ ਆਉਂਦੇ ਆ ਤਾਂ ਉਦੋਂ ਉਹਨੂੰ ਸਮਝਣਾ ਬਹੁਤ ਸੌਖਾ ਹੁੰਦਾ ਹੈ ਕਿ ਤੁਹਾਡੇ ਹੋਰ ਬੁਰੇ ਦਿਨ ਆਉਣ ਵਾਲੇ ਆ। ਤੇ ਜਿਹਦੀ ਸੋਚ ਇਹ ਹੈ ਕਿ ਵਿਹਲੜ ਲੋਕ ਹੈ ਜਿਹੜੇ ਉਹ ਅੰਦੋਲਨ 'ਚ ਸੜਕਾਂ ਤੇ ਬੈਠੇ ਹੈ, ਮੈਂ ਸਮਝਦਾ ਕਿ ਉਹਨੂੰ ਵਿਚਾਰੇ ਨੂੰ ਸਮਝ ਨਹੀਂ ਹੈ। ਉਹਨੂੰ ਸਮਝ ਨਹੀਂ ਹੈ। ਅਗਰ ਸਮਝ ਹੁੰਦੀ ਤਾਂ ਇਹ ਸ਼ਬਦ ਨਾ ਵਰਤਦਾ ਹੋ। ਇਹ ਵਿਹਲੜ ਹੀ ਸਹੀ ਇੱਕ ਬਹੁਤ ਵੱਡੇ ਅੰਦੋਲਨ ਨੂੰ ਅੰਜਾਮ ਦੇ ਰਹੇ ਆ, ਇਹ ਉਹਨਾਂ ਦੀ ਖੂਬੀ ਹੈ। ਤੇ ਉਹ ਔਰਤਾਂ ਜਿਹੜੀਆਂ ਆਪਣਾ ਘਰ ਛੱਡ ਕੇ ਬੱਚੀਆਂ, ਮਾਵਾਂ, ਬੁੱਢੀਆਂ, ਦਾਦੀਆਂ ਉਹਨਾਂ ਦੇ ਬਰਾਬਰ ਬੈਠੀਆਂ, ਉਹ ਵਿਹਲੜ ਨਹੀਂ ਹੈ। ਔਰਤ ਮਰਨ ਤੱਕ ਵਿਹਲ ਨਹੀਂ ਦੇਖਦੀ। ਦਾਦੀ ਨੂੰ ਉਸ ਵੇਲੇ ਵੀ ਰੋਟੀਆਂ ਪਕਾ ਕੇ ਦੇਣੀਆਂ ਪੈਂਦੀਆਂ ਜਦੋਂ ਕੋਈ ਔਰਤ ਘਰ 'ਚ ਨਾ ਹੋਵੇ, ਤਾਂ ਦਾਦੀ ਸੰਭਾਲਦੀ ਸਭ ਨੂੰ। ਉਹ ਵਿਹਲੀਆਂ ਔਰਤਾਂ ਕਦੇ ਨਹੀਂ ਹੁੰਦੀਆਂ। ਮੈਂ ਇਸ ਕਰਕੇ ਇਸ ਚਰਚਾ ਨੂੰ ਸਾਂਝੀ ਕਰ ਰਿਹਾ ਹਾਂ ਕਿ ਸਾਡੇ ਲੋਕ ਆ ਜਿਹੜੇ, ਜਿਨ੍ਹਾਂ ਨੇ ਬੇਮਤਲਬ ਆਪਣੇ ਲੋਕਾਂ ਨਾਲ ਦੁਸ਼ਮਣੀ ਪਾ ਕੇ ਰੱਖੀ, ਤੇ ਜਿਨ੍ਹਾਂ ਨੇ ਜਾਤੀ ਹੰਕਾਰ 'ਚ ਆਪਣੇ ਢੇਰ ਬਣਾਏ, ਆਪਣੀਆਂ ਤਾਕਤਾਂ ਇਕੱਠੀਆਂ ਕੀਤੀਆਂ ਤਾਂ ਕਿ ਦੂਜਿਆਂ ਨੂੰ ਦਬਾਇਆ ਜਾ ਸਕੇ, ਉਹਨਾਂ ਨੂੰ ਆਪਣੀ ਗਲਤੀ ਦਾ ਅਹਿਸਾਸ ਕਰਾਉਣ ਵਾਸਤੇ ਮੈਂ ਇਹ ਚਰਚਾ ਕਰ ਰਿਹਾ। ਪੰਜਾਬ ਨੇ, ਹਰਿਆਣਾ ਨੇ, यूपी ने, मध्य प्रदेश ने, राजस्थान ने और इत्थों के किसान ने, मेरा मतलब कहने तो कि इत्थों के किसान ने अगर दबे कुचले पिछड़े लोगों नूं अपने बराबर दे भैन भाई समझिया हुंदा तां अज जुरत नहीं सी दिल्ली दी कि वो तुहाडी मर्जी तो बिना एक अखर भी लिख जांदा। एक अखर, ये अखर लिखण की ताकत तुसी दिती उन्होंने। तुसी सरदार पैदा किते, रजवाड़े पैदा किते, जिमीदार पैदा किते, लुट्टां करवाइयां, खजाने लुटवाए, सिर्फ सुक्कियां यारियां पाउण वास्ते। जाती यारियां है तुहाडियां। और नतीजा की निकलिया कि उन्होंने दिल्ली नाल तीवीं मर्द का रिश्ता पा लिया, ते तीवीं मर्द दे रिश्ते ने थोड़ी जमीन खोली सारी दी सारी। कि ये झूठ है? कि मैं गलत बोल रहा हाँ? ये तो तुसी कहंदे हो, जो मैं दोहरा रहा। जो कुछ तुसी कह रहे हो महीनों तो वो मैं दोहरा रहा हूं। गरीब लोग, लाचार लोग, थोड़े ते निर्भर लोग है जिहड़े, वो थोड़ियां वरोसाइयां तकलीफां नूं पिटदे रहे, तुसी उन्हां दी नहीं सुनी। पर मैं
ਜਿਹੜੇ ਜ਼ਖਮ ਦਿੱਲੀ ਦਿੰਦੀ ਹੈ ਉਹਨਾਂ ਜ਼ਖਮਾਂ ਤੇ ਲੂਣ ਨਹੀਂ ਛਿੜਕਦਾ। ਮੈਂ ਆਪਣੇ ਲੋਕਾਂ ਨੂੰ ਵੀ ਕਹੂੰਗਾ ਕਿ ਇਹ ਵਕਤ ਦਿੱਲੀ ਨੂੰ ਤਲਵਾਰਾਂ ਫੜਾਉਣ ਦਾ ਨਹੀਂ ਹੈ। ਇਹ ਵਕਤ ਬਰਾਬਰ ਉੱਠਣ ਦਾ ਹੈ। ਇਹ ਵਕਤ ਖੜੇ ਹੋਣ ਦਾ ਹੈ, ਸੱਤਾ 'ਚ ਹਿੱਸੇਦਾਰੀ ਪਾਉਣ ਦਾ ਹੈ ਔਰ ਆਪਣੇ ਲੋਕਾਂ ਨੂੰ, ਆਪਣੇ ਭਰਾਵਾਂ ਨੂੰ ਅਹਿਸਾਸ ਕਰਾਉਣ ਦਾ ਹੈ ਕਿ ਦਿੱਲੀ ਤੁਹਾਡੀ ਨਹੀਂ ਪਰ ਅਸੀਂ ਤੁਹਾਡੇ ਹਾਂ। ਦਿੱਲੀ ਤੁਹਾਡੀ ਨਹੀਂ ਹੈ, ਦਿੱਲੀ ਤੁਹਾਡੀ ਕਦੇ ਨਹੀਂ ਬਣੀ ਅੱਜ ਤੱਕ, ਪਰ ਅਸੀਂ ਹਮੇਸ਼ਾ ਤੁਹਾਡੇ ਨਾਲ ਮੋਢਾ ਢਾ ਕੇ ਜ਼ਿੰਦਗੀ ਦੇ ਦੁੱਖ ਝੱਲਦਿਆਂ ਤੁਹਾਡੀਆਂ ਫਸਲਾਂ ਉਗਾਈਆਂ। ਇਹਦੇ 'ਚ ਤੁਸੀਂ ਕਦੇ ਸਾਨੂੰ ਝੂਠ ਨਹੀਂ ਕਰ ਸਕਦੇ। ਔਰ ਇਸ ਵਕਤ ਦੇ ਵਿੱਚ ਅਸੀਂ ਸਭ ਤੋਂ ਵਧੀਆ ਕੰਮ ਕੀ ਕਰ ਸਕਦੇ ਹਾਂ ਕਿ ਆਰਥਿਕ ਅੰਦੋਲਨ ਨੂੰ ਵਿਚਾਰਧਾਰਕ ਅੰਦੋਲਨ ਬਣਾ ਲਓ। ਡਾਕਟਰ ਅੰਬੇਡਕਰ ਨੂੰ ਪੜ੍ਹੋ, ਜਿਹਨੂੰ ਤੁਸੀਂ ਘਿਰਣਾ ਕੀਤੀ ਹੈ ਰੱਜ ਕੇ। ਉਹਦਾ ਨਾਂ ਲੈਣ ਵੇਲੇ ਤੁਸੀਂ 100 ਗਾਲਾਂ ਕੱਢੀਆਂ। ਸੰਵਿਧਾਨ ਦੇ ਖਿਲਾਫ ਤੁਸੀਂ ਇੱਕ ਵੱਡੀ ਲੜਾਈ ਲੜੀ ਹੈ। ਮੈਂ 1965 ਤੋਂ ਬਾਅਦ ਦੇਖਣਾ ਸ਼ੁਰੂ ਕੀਤਾ ਕਿ ਤੁਸੀਂ ਕਿਸਾਨਾਂ ਨੇ ਦਿੱਲੀ ਵਾਲਿਆਂ ਦੇ ਕਹੇ ਤੇ, ਦਿੱਲੀ ਵਾਲੇ ਤੋਂ ਅਰਥ ਸਮਝਣ ਦਾ ਯਤਨ ਕਰਨਾ ਮੇਰਾ, ਇਹ RSS, ਇਹ ਮੰਦਰਾਂ 'ਚ ਬੈਠੇ ਪੁਜਾਰੀ, ਇਹਨਾਂ ਦੇ ਸਿੱਖੇ ਸਿਖਾਇਆ ਨੇ ਸੰਵਿਧਾਨ ਦੇ ਖਿਲਾਫ ਸੁਪਰੀਮ ਕੋਰਟ ਤੱਕ ਤੁਸੀਂ ਲੜਾਈ ਲੜੀ ਤੇ ਜਿੱਤੀ ਹੈ। ਤੁਸੀਂ ਸਾਨੂੰ ਤਾਂ ਮਾਰਿਆ, ਅਸੀਂ ਗਰੀਬ ਸੀ, ਲਾਚਾਰ ਸੀ, ਮਜਬੂਰ ਸੀ, ਅਸੀਂ ਮਾਰੇ ਗਏ। ਅੱਜ ਤੁਹਾਡੀ ਵਾਰੀ ਹੈ, ਪਰ ਤੁਹਾਡੀ ਵਾਰੀ ਤੇ ਅਸੀਂ ਤੁਹਾਡੇ ਨਾਲ ਖੜਾਂਗੇ, ਦਿਲੋਂ ਖੜਾਂਗੇ। ਹੋ ਸਕਦਾ ਹੈ ਕਿ ਸਾਡੇ ਲੋਕ ਆ ਜਿਹੜੇ ਗਰੀਬੀ ਦੇ ਮਾਰੇ ਤੁਹਾਡੇ ਬਰਾਬਰ ਸੰਘਰਸ਼ ਨਾ ਕਰ ਸਕਣ, ਮਹੀਨਿਆਂ ਬੱਧੀ ਤੁਹਾਡੇ ਨਾਲ ਸੜਕਾਂ ਤੇ ਨਾ ਬੈਠ ਸਕਣ। ਉਹਨਾਂ ਨੂੰ ਰੋਟੀ ਦਾ ਫਿਕਰ ਹੈ, ਉਹਨਾਂ ਨੂੰ ਬੱਚਿਆਂ ਦੀ ਚਾਹ ਦਾ ਫਿਕਰ ਹੈ, ਉਹਨਾਂ ਨੂੰ ਢਹਿੰਦੇ ਹੋਈਆਂ ਛੱਤਾਂ ਦੀ ਫਿਕਰ ਹੈ, ਉਹਨਾਂ ਨੂੰ ਟੁੱਟੀਆਂ ਮੰਜੀਆਂ ਦੀ ਫਿਕਰ ਹੈ। ਇਸ ਕਰਕੇ ਉਹ ਜਿੱਥੇ ਹੈ ਉੱਥੇ ਉਹਨਾਂ ਨੂੰ ਆਪਣੇ ਬਰਾਬਰ ਖੜੇ ਕਰ ਲਓ। ਇਹ ਕਦੇ ਨਹੀਂ ਸੋਚਣਾ ਕਿ ਉਹ ਉੱਠ ਕੇ ਖੜੇ ਹੋਣ। ਜਿਹੜਾ ਡੇਗਦਾ ਹੈ ਉਹੀ ਖੜੇ ਕਰਦਾ ਹੁੰਦਾ ਹੈ। ਇਹ ਕੁਦਰਤ ਦਾ ਸਿਧਾਂਤ ਹੈ, ਇਹ ਸਮਾਜਿਕ ਵਿਗਿਆਨ ਹੈ। ਮੈਂ ਉੱਠ ਕੇ ਖੜਾ ਹੋ ਗਿਆ, ਮੈਂ ਆਪਣੇ ਲੋਕਾਂ ਨੂੰ ਖੜੇ ਕਰ ਸਕਦਾ। ਤੁਸੀਂ ਜ਼ਮੀਨਾਂ ਵਾਲੇ ਬਣੇ, 4 ਪੈਸਿਆਂ ਵਾਲੇ ਬਣੇ, ਟਰੈਕਟਰਾਂ ਵਾਲੇ ਬਣੇ, ਤੁਸੀਂ ਨੌਕਰੀਆਂ ਵੀ ਕੀਤੀਆਂ, ਵੱਡੇ ਵੱਡੇ ਰੁਤਬੇ ਵੀ ਲਏ, ਕੋਠੀਆਂ ਵੀ ਪਾਈਆਂ, ਕਰਜ਼ੇ ਵੀ ਲਏ, ਮਾਫ ਵੀ ਕਰਵਾਏ, ਤੁਸੀਂ ਸਭ ਕੁਝ ਕਰ ਲਿਆ ਕਿਉਂਕਿ ਸੱਤਾ ਤੁਹਾਡੇ ਹੱਥ 'ਚ ਆਈ, ਸੱਤਾ ਤੁਸੀਂ ਪੈਦਾ ਕਰੀ। ਤੁਸੀਂ ਦੂਜਿਆਂ ਨੂੰ ਆਪਣੇ ਬਰਾਬਰ ਉੱਠਣ ਵੀ ਨਹੀਂ ਦਿੱਤਾ। ਕਿ ਤਾਕਤ ਤੁਹਾਡੇ ਕੋਲ ਹੈ ਤਾਂ ਤੁਸੀਂ ਇਹਨਾਂ ਲੋਕਾਂ ਨੂੰ ਜਿਹੜੇ ਪਿੱਛੇ ਰਹਿ ਗਏ ਆ, ਉਹ ਹਾਲਾਤ ਜੋ ਮਰਜ਼ੀ ਹੋਣ, ਜਿਹੜੇ ਪਿੱਛੇ ਰਹਿ ਗਏ ਉਹਨਾਂ ਨੂੰ ਆਪਣੇ ਬਰਾਬਰ ਖੜੇ ਕਰ ਲਓ। ਦਿੱਲੀ ਦੀ ਮਜਾਲ ਨਹੀਂ ਕਿ ਉਹ ਤੁਹਾਡੇ ਵੱਲ ਟੇਢੀ ਅੱਖ ਨਾਲ ਦੇਖ ਜਾਏ। ਮੈਂ ਸਿੱਖੀ ਦਾ ਇਤਿਹਾਸ
ਪੋਟਾ ਪੋਟਾ ਜਾਣਦਾ ਹੈ। ਜਦ ਗੁਰੂ ਨਾਲ ਅਸੀਂ ਖੜੇ ਸੀ ਨਾ, ਗੁਰੂ ਨਾਲ ਅਸੀਂ ਖੜੇ ਸੀ ਜਦ, ਤਾਂ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਸਾਡਾ ਨਾਂ, ਸਾਡੇ ਬਜ਼ੁਰਗਾਂ ਦਾ ਨਾਂ ਉਹਦੇ ਸ਼ਾਮਲ ਆਉਂਦਾ ਸੀ। ਪੂਰਾ ਇਤਿਹਾਸ ਭਰਿਆ ਪਿਆ ਸਾਡੇ ਨਾਵਾਂ ਨਾਲ, ਜਿਹੜਾ ਗੁਰੂ ਦਾ ਇਤਿਹਾਸ ਹੈ। ਗਿਆਨੀ ਦੱਤ ਸਿੰਘ, ਪ੍ਰੋਫੈਸਰ ਗੁਰਮੁਖ ਸਿੰਘ ਨੂੰ ਯਾਦ ਕਰੋ ਜਰਾ, ਜਿਹਨੇ 20 ਲੱਖ ਸਿੱਖਾਂ ਤੋਂ, ਦੋਨਾਂ ਨੇ 1 ਕਰੋੜ ਤੋਂ ਜ਼ਿਆਦਾ ਸਿੱਖ ਪੈਦਾ ਕਰਤੇ, ਤੇ ਉਹਨਾਂ ਨੂੰ ਯਾਦ ਕਰੋ ਜਰਾ। ਔਰ ਉਹ ਦੋਨਾਂ ਨੂੰ ਰੋਲ ਕੇ ਮਾਰਤਾ ਤੁਸੀਂ। ਗੁਰਦੁਆਰੇ ਵਾਲਿਆਂ ਨੇ ਦਰਬਾਰ ਸਾਹਿਬ ਦੇ ਵਿੱਚ ਦੋਨਾਂ ਨੂੰ ਰੋਲ ਕੇ ਮਾਰਤਾ। ਅਗਰ ਇਹ ਹਾਲਾਤ ਨਾ ਹੁੰਦੇ ਤਾਂ ਦੁਨੀਆ ਦੀ ਸਭ ਤੋਂ ਵੱਡੀ ਤਾਕਤ ਜਿਹੜੀ ਹੈ ਉਹ ਤੁਹਾਡੇ ਵੱਲ ਅੱਖ ਚੁੱਕ ਕੇ ਨਾ ਵੇਖ ਸਕਦੀ। ਦਿੱਲੀ ਦੀ ਦਾ ਕੀ ਮਜਾਲ ਹੈ। ਜਦੋਂ ਮਜ਼੍ਹਬੀ ਚਮਾਰ ਰੈਜੀਮੈਂਟ ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਇੱਕ ਬਕਾਇਦਾ ਖਾਲਸਾ ਸੈਨਾ ਹੁੰਦੀ ਸੀ, ਉਹਨੂੰ ਬਾਅਦ 'ਚ ਮਜ਼੍ਹਬੀ ਚਮਾਰ ਰੈਜੀਮੈਂਟ ਕਿਹਾ ਗਿਆ, ਫਿਰ ਉਸ ਤੋਂ ਬਾਅਦ ਸਿੱਖ ਐਲਾਈ ਕਿਹਾ ਗਿਆ। ਇਹ ਕਦੇ ਖਾਲਸਾ ਸੈਨਾ ਕਹਾਈ। ਮਹਾਰਾਜਾ ਰਣਜੀਤ ਸਿੰਘ ਦੇ ਰਾਜ 'ਚ ਇਹ ਖਾਲਸਾ ਸੈਨਾ ਸੀ। ਦੁਨੀਆ ਦੇ ਤਖਤੇ ਦੇ ਉੱਤੇ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦਾ ਪੂਰਾ ਜ਼ਿਕਰ ਆਉਂਦਾ ਹੈ। ਬੰਦਾ ਸਿੰਘ ਬਹਾਦਰ ਤੋਂ ਲੈ ਕੇ ਬਾਬਾ ਵੀਰ ਸਿੰਘ, ਬਾਬਾ ਜੱਸਾ ਸਿੰਘ ਰਾਮਗੜੀਆ, ਬਾਬਾ ਜੱਸਾ ਸਿੰਘ ਆਹਲੂਵਾਲੀਆ, ਮਹਾਰਾਜਾ ਰਣਜੀਤ ਸਿੰਘ, ਜਰਾ ਇਤਿਹਾਸ ਫੋਲ ਕੇ ਵੇਖੋ ਕਿ ਕੌਣ ਸੀ ਇਹ। ਜਿੱਦਾਂ ਬ੍ਰਾਹਮਣ ਤੇ ਡੋਗਰੇ ਸੱਤਾ 'ਚ ਆ ਵੜੇ, ਤੁਹਾਡਾ ਸੱਤਿਆਨਾਸ਼ ਹੋ ਗਿਆ। ਸੋ ਮੇਰੇ ਵੀਰੋ, ਮੇਰੀ ਗੱਲ ਨੂੰ ਬਹੁਤ ਧਿਆਨ ਨਾਲ ਸਮਝਣ ਦਾ ਯਤਨ ਕਰਨਾ ਹੈ। ਅੱਜ ਮੁਸੀਬਤ 'ਚ ਆਪਾਂ, ਅੱਜ ਆਪਾਂ ਬੜੀ ਵੱਡੀ ਮੁਸੀਬਤ 'ਚ ਆ। ਸਾਡਾ ਭਵਿੱਖ ਬਹੁਤ ਧੁੰਦਲਾ ਹੈ। ਉਹ ਕਿੱਲ ਜਿਨ੍ਹਾਂ ਦੀਆਂ ਟੋਪੀਆਂ ਕੁੱਟੀਆਂ ਗਈਆਂ, ਔਰ ਉਹ ਕੁੱਟੀਆਂ ਤਾਂ ਕਿਸਾਨਾਂ ਨੇ ਕੁੱਟੀਆਂ, ਟੋਪੀਆਂ ਵਾਲੇ ਕਿੱਲ ਜਿਹੜੇ ਬਣਾਏ ਔਰ ਕੁੱਟੇ, ਉਹ ਕਿਸਾਨਾਂ ਨੇ ਕੁੱਟੇ। ਔਰ ਅੱਜ ਉਹੀ ਕਿਸਾਨ ਹੈ ਜਿਹੜੇ ਉਹਨਾਂ ਕਿੱਲਾਂ ਦੇ ਉੱਤੋਂ ਦੀ ਤੁਰ ਰਹੇ ਆ। ਤੁਹਾਡੀ ਲੜਾਈ ਇਕੱਲੀ ਦਿੱਲੀ ਨਾਲ ਨਹੀਂ ਹੈ, ਤੁਹਾਡੀ ਆਪਣੇ ਆਪ ਨਾਲ ਵੀ ਲੜਾਈ ਹੈ। ਤੁਸੀਂ ਆਪਣੇ ਆਪ ਨੂੰ ਵੀ ਬਦਲਣਾ ਹੈ, ਤੁਸੀਂ ਸਮਾਜ ਵੀ ਬਦਲਣਾ ਹੈ। ਸਮਾਜਿਕ ਲੜਾਈ ਵੀ ਤੁਹਾਡੇ ਸਾਹਮਣੇ ਆ। ਆਰਥਿਕ ਲੜਾਈ ਤੁਸੀਂ ਲੜ ਰਹੇ ਆ। ਸੰਵਿਧਾਨ ਕਿਤੇ ਵਿਚਾਰਧਾਰਕ ਲੜਾਈ ਤੁਸੀਂ ਅਜੇ ਲੜਨੀ ਹੈ। ਅਗਰ ਤੁਹਾਨੂੰ ਮੇਰੀ ਗੱਲ ਸਮਝ ਆ ਗਈ ਹੈ ਜਾਂ ਆ ਜਾਵੇ, ਤਾਂ ਸੋਚਣਾ ਕਿ ਅਸੀਂ ਜਿੱਤਾਂਗੇ ਤਾਂ ਕਿਵੇਂ ਜਿੱਤਾਂਗੇ, ਅਸੀਂ ਹਾਰੇ ਹਾਂ ਤਾਂ ਕਿਵੇਂ ਹਾਰੇ ਹਾਂ, ਅਸੀਂ ਲੁੱਟੇ ਗਏ ਹਾਂ ਤਾਂ ਕਿਵੇਂ ਲੁੱਟੇ ਗਏ ਹਾਂ। ਸਾਡੀਆਂ ਆਪਣੀਆਂ ਦਿੱਤੀਆਂ ਗੰਢਾਂ ਸਾਥੋਂ ਖੁੱਲ੍ਹਦੀਆਂ ਨਹੀਂ ਹੁਣ। ਅਸੀਂ ਹੱਥਾਂ ਨਾਲ ਦਿੱਤੀਆਂ ਸੀ, ਮੂੰਹਾਂ ਨਾਲ ਖੋਲ੍ਹਣੀਆਂ ਪੈ ਰਹੀਆਂ। ਇਹਨਾਂ ਸ਼ਬਦਾਂ ਨਾਲ ਹੀ ਆਪਣੀ ਗੱਲ ਬੰਦ ਕਰਦਾ ਹੈ। ਜੈ ਭੀਮ, ਜੈ ਭਾਰਤ,
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਨਮੋ ਬੁੱਧਾ।